ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸੈਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ੀਆਂ ਹਨ। ਆਓ ਜੋ ਗੁਰੂ ਮਹਾਰਾਜ ਦੇ ਜੀਵਨ ਪ੍ਰਸੰਗ, ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਕਥਾ, ਜੋ ਆਪਾਂ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਜੋ ਹੈ ਕੁਝ ਸਮੇਂ ਤੋਂ ਮਾਈ ਭਾਈ ਸਰਵਣ ਕਰਦੇ ਆ ਰਹੇ ਹੋ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਪ੍ਰਸੰਗ, ਜੋ ਆਪਾਂ ਛੇਵੇਂ ਮਹੱਲੇ ਦੇ ਪੰਜਵੇਂ ਘਰ ਤੱਕ ਕੱਲ ਸਰਵਣ ਕੀਤੀ ਹੈ ਕਥਾ। ਗਰੀਬ ਨਵਾਜ ਪਾਤਸ਼ਾਹ ਜੀ ਦਿੱਲੀ ਪਹੁੰਚੇ ਹਨ, ਮਜਨੂ ਦੇ ਟਿੱਲੇ, ਜਿੱਥੇ ਫਿਰ ਜਹਾਂਗੀਰ ਨੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਸਤਿਗੁਰਾਂ ਨੇ ਸਤ ਔਰ ਸਤ ਬਾਰੇ ਕਿ ਮਿਥਿਆ ਕਿਵੇਂ ਹੈ ਸੰਸਾਰ, ਸਤ ਜੋ ਬ੍ਰਹਮ ਹੈ, ਇਸ ਬਾਰੇ ਉਪਦੇਸ਼ ਜਹਾਂਗੀਰ ਬਾਦਸ਼ਾਹ ਨੂੰ ਦਿੱਤਾ ਹੈ। ਤੇ ਜਹਾਂਗੀਰ ਬਾਦਸ਼ਾਹ ਦੇ ਨਾਲ ਮਹਾਰਾਜ ਦੂਸਰੇ ਦਿਨ ਸ਼ਿਕਾਰ ਗਏ, ਜਿੱਥੇ ਫਿਰ ਇੱਕ ਬਹੁਤ ਹੀ ਆਦਮਖੋਰ ਸ਼ੇਰ ਦਾ ਜੋ ਸ਼ਿਕਾਰ ਮਹਾਰਾਜ ਨੇ ਕੀਤਾ ਹੈ ਤੇ ਬਹੁਤ ਸ਼ਰਧਾ ਵਧੀ ਹੈ। 500 ਰੁਪਈਆ ਰੋਜ਼ਾਨਾ ਜੋ ਖਜ਼ਾਨੇ ਵਿੱਚੋਂ ਖਰਚਾ ਗੁਰੂ ਮਹਾਰਾਜ ਦੇ ਲੰਗਰਾਂ ਲਈ ਭੇਜਣਾ ਸ਼ੁਰੂ ਕੀਤਾ ਹੈ। ਸਤਿਕਾਰ ਕਰਦਾ ਹੈ ਤੇ ਇਧਰ ਚੰਦੂ ਜਿਹੜਾ ਹੈ ਇਹ ਕੁਝ ਵੇਖ ਵੇਖ ਕੇ ਦੁਖੀ ਹੁੰਦਾ ਹੈ। ਆਓ ਅੱਗੇ ਛੇਵੇਂ ਘਰ ਦਾ ਪ੍ਰਸੰਗ ਪ੍ਰੇਮ ਔਰ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਨ ਪ੍ਰਤ ਪਿਖ 1 ਲੱਖ ਕੋ ਜਹਾਂਗੀਰ ਗੁਰ ਕੇਰ। ਦਿਨ ਪ੍ਰਤੀ ਦਿਨ ਭਾਵ ਰੋਜ਼ ਪਿਖ 1 ਲੱਖ ਕੋ ਜਹਾਂਗੀਰ ਗੁਰ ਕੇਰ। ਜੋ ਭਾਈ ਜਹਾਂਗੀਰ ਸਤਿਗੁਰੂ ਜੀ ਦੇ ਐਸੇ ਜੀਵਨ ਆਚਰਣ ਨੂੰ ਦਿਨ ਪ੍ਰਤੀ ਦਿਨ ਵੇਖ ਕਰਕੇ
ਆਦਬ ਕਰੈ ਉਮਰਾਬ ਸਭ, ਬੰਦਹਿ ਜਬ ਹੂੰ ਹੀਰ। ਇਹ ਕਿਵੇਂ ਜਹਾਂਗੀਰ ਬਾਦਸ਼ਾਹ ਗੁਰੂ ਸਾਹਿਬ ਦਾ ਸਤਿਕਾਰ ਕਰਦਾ ਹੈ, ਤਾਂ ਜਿੰਨੇ ਹੋਰ ਉਮਰਾਬ ਹਨ, ਅਹੁਦੇਦਾਰ ਵਜ਼ੀਰ ਨੇ, ਉਹ ਵੀ ਗੁਰੂ ਮਹਾਰਾਜ ਜੀ ਦਾ ਆਦਬ ਸਤਿਕਾਰ ਕਰਦੇ ਨੇ। ਤੇ ਜਦੋਂ ਵੀ ਮਹਾਰਾਜ ਨੂੰ ਵੇਖਦੇ ਆ ਤਾਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਨ, ਬੰਦਨਾ ਕਰਦੇ ਹਨ। ਚੰਦੂ ਕੇ ਮੇਲੀ ਦੁਖੈ, ਨਿੰਦਕ ਅਪਰ ਵਿਸਾਲ। ਫਿਰ ਜਿਹੜਾ ਚੰਦੂ ਹੈ ਤੇ ਇਹਦੇ ਜਿਹੜੇ ਸੰਗੀ ਸਾਥੀ ਮੇਲੀ ਹਨ, ਉਹ ਦੁਖੀ ਹੁੰਦੇ ਆ, ਜਿੰਨੇ ਨਿੰਦਕ ਨੇ ਹੋਰ ਸਾਰੇ। ਜਥਾ ਚੌਰ ਪਿਖ ਚੰਦ ਕੋ, ਜਾਣੈ ਦੁਖਦ ਕਰਾਲ। ਜਥਾ ਚੌਰ ਪਿਖ ਚੰਦ ਕੋ, ਚੰਦ ਚਕੋਰ ਤੇ ਚੱਕ ਵੀ ਨਿਸ ਦਿਨ ਵਿਛਰੈ, ਆਏ ਮਿਲੈ ਪ੍ਰਭਾਤ। ਇਸ ਤਰ੍ਹਾਂ ਜਿਵੇਂ ਭਾਈ ਜਿਹੜਾ ਚੋਰ ਹੈ, ਇੱਥੇ ਅਰਥ ਚੋਰ ਠੀਕ ਹੈ, ਚੌਰ ਲਿਖਿਆ ਛਾਪੇ ਵਿੱਚ। ਜਥਾ ਚੋਰ ਪਿਖ ਚੰਦ ਕੋ, ਕਿਉਂਕਿ ਚੰਦ ਦੀ ਚਾਨਣੀ ਚੋਰ ਨੂੰ ਵੀ ਚੰਗੀ ਨਹੀਂ ਲੱਗਦੀ। ਜਿਵੇਂ ਚੋਰ ਚੰਦ ਨੂੰ ਵੇਖ ਕਰਕੇ ਬਹੁਤ ਹੀ ਜ਼ਿਆਦਾ ਭਿਆਨਕ ਦੁਖੀ ਹੁੰਦਾ ਹੈ, ਇਉਂ ਚੰਦੂ ਦੇ ਸੰਗੀ ਸਾਥੀ ਨਿੰਦਕ ਸਮੇਤ ਚੰਦੂ ਦੁਖੀ ਹੁੰਦੇ ਹਨ। ਚੌਪਈ ਚੰਦੂ ਮਨ ਬਹੁ ਚਿੰਤ ਪਾਈ। ਚੰਦੂ ਨੇ ਮਨ ਵਿੱਚ ਬਹੁਤ ਚਿੰਤਾ ਕੀਤੀ ਹੈ। ਮੈਂ ਬੁਲਵਾਏ ਉਲਟ ਸੋ ਥਾਈ, ਕਿ ਮੈਂ ਤਾਂ ਜਹਾਂਗੀਰ ਨੂੰ ਲੂਤੀਆਂ ਲਾ ਕੇ ਕਿਸੇ ਹੋਰ ਮਕਸਦ ਨੂੰ ਬੁਲਾਇਆ ਸੀ, ਤੇ ਮੈਂ ਇੱਥੇ ਸੱਦਿਆ, ਇਹ ਗੱਲ ਉਲਟੀ ਹੋ ਗਈ ਹੈ। ਬਿਨ ਉਪਾਏ ਬਿਨ ਚਿੰਤ ਜੇ ਰਹੋ। ਹੁਣ ਬਿਨਾਂ ਉਪਾਏ ਤੋਂ, ਜੇ ਮੈਂ ਕੋਈ ਉਪਾਅ ਕੀਤੇ ਬਿਨਾਂ ਹੀ ਇਸ ਤਰ੍ਹਾਂ ਚਿੰਤਾ ਵਿੱਚ ਹੀ ਰਹਾਂਗਾ, ਨਹੀਂ ਬਚੋ ਤੈਨ ਤੇ ਦੁੱਖ ਸਹੋ। ਚੰਦੂ ਸੋਚਦਾ ਫਿਰ ਮੈਂ ਬਚਾਂਗਾ ਨਹੀਂ, ਫਿਰ ਤਾਂ ਇਹਨਾਂ ਕੋਲੋਂ ਮੈਨੂੰ ਹੁਣ ਦੁੱਖ ਮਿਲਣਗੇ। ਗਿਣਤ ਗਟੀ ਇਹੋ ਜਤਨ ਵਿਚਾਰਾ। ਤਾਂ ਫਿਰ ਉਹਨੇ ਗਟੀਆਂ ਜੀਆਂ ਗਿਣਦੇ ਨੇ, ਮਨ ਦੇ ਵਿੱਚ ਉਤਰਾ ਚੜਾਉਣੇ, ਸੋਚਾਂ ਸੋਚਦੇ ਇਹ ਯਤਨ ਵਿਚਾਰਿਆ ਹੈ। ਮਿਲਿਓ ਨਜੂਮੀ ਸੋ ਹਿਤ ਧਾਰਾ। ਤਾਂ ਬੜਾ ਹਿਤ ਜਿਹਾ ਧਾਰ ਕੇ ਇੱਕ ਨਜੂਮੀਏ ਨੂੰ ਮਿਲਿਆ ਹੈ। ਜਿਵੇਂ ਆਮ ਇਧਰ ਬੋਲੀ ਵਿੱਚ ਜੋਤਸ਼ੀ ਕਹਿ ਦਿੰਦੇ ਆ, ਤੇ ਜਿਹੜਾ ਮੁਸਲਮਾਨਾਂ ਵਿੱਚ ਕੋਈ ਇਸ ਤਰ੍ਹਾਂ ਦੀ ਜੋਤਿਸ਼ ਲਾਉਂਦਾ ਉਹਨੂੰ ਉਹ ਨਜੂਮੀਆਂ ਕਹਿੰਦੇ ਨੇ। ਇਸ ਤਰ੍ਹਾਂ ਉਹਨੇ ਭਾਵ ਇਹੀ ਹੈ ਕਿ ਉਹੇ ਜਿਹਾ ਟੇਵੇ ਜੇ ਲਾਉਣ ਵਾਲੇ ਨੂੰ ਮਿਲਿਆ ਹੈ। ਦਰਬ ਪੰਚ ਸਹਿ ਤਿਸ ਕੋ ਦਇਓ। ਇਹ ਜਿਹੜਾ ਨਜੂਮੀਆਂ ਸੀ, ਇਹ ਬਾਦਸ਼ਾਹੀ ਨਜੂਮੀਆਂ ਸੀ। ਤਾਂ ਉਸ ਨੂੰ 500 ਰੁਪਈਆ ਚੰਦੂ ਨੇ ਉਸ ਸਮੇਂ ਧਨ ਦਿੱਤਾ ਹੈ। ਪੁਨਹ ਸਭੈ ਬਿਰਤੰਤ ਸੁਨਇਓ। ਤੇ ਫਿਰ ਇਹਨੇ ਸਾਰਾ ਬਿਰਤਾਂਤ ਦੱਸਿਆ। ਚਿੱਤ ਦੇ ਕਰੋ ਇਹੀ ਉਪਕਾਰ। ਇਹ ਕਿਹਾ ਨਜੂਮੀਆਂ, ਜਿਹੜੀ ਮੈਂ ਤੈਨੂੰ ਗੱਲ ਕਹਿਣਾ ਤੂੰ ਪੂਰਾ ਮਨ ਲਾ ਕੇ ਇਹ ਕਰਦੇ, ਇਹ ਪਰਉਪਕਾਰ ਹੀ ਹੋਵੇਗਾ। ਅਪਰ ਦਿਓ ਧਨ 5000। ਤੇ ਜਦੋਂ ਤੂੰ ਮੇਰਾ ਕੰਮ ਕਰਤਾ 500 ਤੈਨੂੰ ਪਹਿਲਾਂ ਦੇਤਾ, ਹੋਰ ਤੈਨੂੰ 5000 ਰੁਪਇਆ ਦੇਵਾਂਗਾ। ਸੁਨਤ ਨਜੂਮੀ ਬੋਲਿਓ ਤਬੈ। ਤਾਂ ਸੁਣ ਕੇ ਨਜੂਮੀਆਂ ਕਹਿਣ ਲੱਗਿਆ, ਜਸ ਕਹੋ ਕਰੋ ਦੇਰ ਬਿਨ ਆਬੈ। ਐ ਚੰਦੂ ਵਜ਼ੀਰ, ਜਿਵੇਂ ਤੂੰ ਕਹਿਣਾ ਮੈਂ ਤੇ ਕੰਮ ਬਿਨਾਂ ਦੇਰੀ ਤੋਂ ਕਰ ਦੇਵਾਂਗਾ। ਚੰਦੂ ਕਹੈ ਐਸ ਅਬ ਕਰੋ। ਚੰਦੂ ਕਹਿੰਦਾ ਫਿਰ ਇਉਂ ਇਸ ਤਰ੍ਹਾਂ ਕਰ, ਜਹਾਂਗੀਰ ਕੇ ਭੈ ਮ੍ਰਿਤ ਧਰੋ। ਤੂੰ ਜਹਾਂਗੀਰ ਕੋਲੇ ਜਾਵੇਂ, ਉਹਨੂੰ ਮ੍ਰਿਤੂ ਦਾ ਭੈ ਧਾਰ, ਵੀ ਤੇਰੇ ਤੇ ਤਾਂ ਕੋਈ
ਜਿਹੜੀ ਮ੍ਰਿਤੂ ਆਉਣ ਵਾਲੀ ਹੈ। ਹਰ ਗੋਬਿੰਦ ਗਵਾਲੀਅਰ ਪਠਾਓ। ਕਿਵੇਂ ਨਾ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਜੇਲ੍ਹ ਵਿੱਚ ਭੇਜ ਦਈਏ। ਇਹੋ ਆਪਣਾ ਉਪਕਾਰ ਲਖਾਓ। ਇਹ ਤੂੰ ਜਾਣੀਏ ਤੇਰਾ ਪਰਉਪਕਾਰ ਹੋਵੇਗਾ। ਏਕ ਬੇਰ ਤਹਿ ਪਹੁੰਚ ਸੁਜਾਵੈ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਪਹੁੰਚ ਜਾਵੇ। ਪੁਨ ਜੀਵਤ ਸੋ ਤੇ ਨਹਿ ਆਵੈ। ਮੁੜ ਕੇ ਉੱਥੋਂ ਫਿਰ ਜਿਉਂਦਾ ਨਹੀਂ ਆਵੇਗਾ, ਕਿਉਂਕਿ ਗਵਾਲੀਅਰ ਦੀ ਜੇਲ੍ਹ ਹੀ ਐਸੀ ਸੀ ਜਿਹਨੂੰ ਜਿਉਂਦੇ ਜੀ ਬਾਹਰ ਨਾ ਕੱਢਣਾ ਹੋਵੇ ਉਹਨਾਂ ਸਮਿਆਂ ਵਿੱਚ ਉਹਨੂੰ ਫਿਰ ਜਿਹੜਾ ਕੋਈ ਬਹੁਤ ਵੱਡਾ ਰਾਜਸੀ ਕੈਦੀ ਉਹਨੂੰ ਗਵਾਲੀਅਰ ਭੇਜਦੇ ਹੁੰਦੇ ਸਨ। ਇਹ ਇੱਕ ਤਾਂ ਹੁੰਦੀ ਹੈ ਆਮ ਕੈਦੀ, ਲੋਕਾਂ ਚੋਂ ਕਿਸੇ ਨੇ ਕੁਛ ਕੀਤਾ, ਮੌਤ ਦੀਆਂ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ, ਉਹਨਾਂ ਲਈ ਜੇਲ੍ਹਾਂ ਹੋਰ ਸੀ। ਜਿਹੜੀ ਗਵਾਲੀਅਰ ਦੀ ਜੇਲ੍ਹ ਸੀ ਉਹ ਸੀ ਕੋਈ ਵੱਡਾ ਰਾਜਨੀਤਿਕ ਕੈਦੀ, ਤੇ ਕੈਦੀ ਵੀ ਉਹ ਜਿਹਨੂੰ ਜੀਵਨ ਭਰ ਜੇਲ੍ਹ ਵਿੱਚ ਰਹਿਣਾ ਪਵੇ। ਸਿਰਫ ਮੌਤ ਹੋਈ ਤੋਂ ਲੋਥ ਬਾਹਰ ਆਉਂਦੀ ਸੀ, ਜਿਉਂਦੇ ਜੀ ਨਹੀਂ ਸੀ ਬਾਹਰ ਆ ਸਕਦਾ। ਜਿਹਨੂੰ ਇਹ ਸਜ਼ਾ ਮਿਲਦੀ ਸੀ ਉਹਨੂੰ ਗਵਾਲੀਅਰ ਭੇਜਦੇ ਸਨ। ਚੰਦੂ ਨੇ ਇਸ ਤਰ੍ਹਾਂ ਦੀਆਂ ਸੋਚਾਂ ਜੀਆਂ ਸੋਚ ਕੇ ਕਿ ਕਿਵੇਂ ਨਾ ਕਿਵੇਂ ਮਹਾਰਾਜ ਗਵਾਲੀਅਰ ਦੇ ਜੇਲ੍ਹ 'ਚ ਇੱਕ ਵਾਰੀ ਜਾ ਵੜਨ, ਫਿਰ ਮੇਰਾ ਕੰਮ ਠੀਕ ਹੋਵੇਗਾ। ਇਸ ਤਰ੍ਹਾਂ ਉਹਨੂੰ ਕਹਿੰਦਾ ਹੈ। ਤਬ ਹੈ ਨਜੂਮੀ ਧੀਰਜ ਦੀਨ। ਤਦ ਨਜੂਮੀਏ ਨੇ ਇਹਨੂੰ ਧੀਰਜ ਦਿੱਤਾ ਹੈ। ਮੈਂ ਇਮ ਕਰੂੰ ਚਿੰਤ ਕਰਹੀਨ। ਮੈਂ ਇਸੇ ਤਰ੍ਹਾਂ ਹੀ ਕਰੂੰ, ਤੂੰ ਆਪਣੀ ਚਿੰਤਾ ਨੂੰ ਹੀਣ ਕਰਦੇ, ਨਾਸ਼ ਕਰਦੇ, ਭਾਵ ਤੂੰ ਚਿੰਤਾ ਛੱਡ ਦੇ। ਭਈ ਪ੍ਰਭਾਤ ਨਜੂਮੀ ਗਇਓ। ਜਦੋਂ ਸਵੇਰ ਹੋਈ ਨਜੂਮੀਆਂ ਜਹਾਂਗੀਰ ਬਾਦਸ਼ਾਹ ਕੋਲ ਗਿਆ। ਬਗਲ ਕਿਤਾਬ ਮਲਨ ਮੁਖ ਕੀਓ। ਇਹਦੀ ਬਗਲ ਵਿੱਚ ਇੱਕ ਕਿਤਾਬ ਜੀ ਹੈ ਤੇ ਮਲਨ ਮੁਖ ਭਾਵ ਬੜਾ ਉਦਾਸੀ ਜੀ ਵਾਲਾ ਇਹਨੇ ਮੂੰਹ ਕੀਤਾ ਹੈ। ਜਾਏ ਸਲਾਮ ਸ਼ਾਹ ਕੋ ਕਰੀ। ਜਾ ਕੇ ਜਹਾਂਗੀਰ ਨੂੰ ਇਹਨੇ ਸਲਾਮ ਕੀਤੀ। ਹੇਰ ਸ਼ਾਹੋ ਤਬ ਬਾਤ ਉਚਰੀ। ਤਾਂ ਬਾਦਸ਼ਾਹ ਨੇ ਵੇਖਿਆ ਤੇ ਉਹ ਪੁੱਛਦਾ ਨਜੂਮੀਏ ਨੂੰ, ਕਿਮ ਆਵਤ ਹੋ ਮਨ ਮੁਰਝਾਇਓ। ਐ ਨਜੂਮੀਆਂ, ਕਿਵੇਂ ਆਇਆ ਮਨ ਮੂੰਹ ਤੇਰਾ ਮੁਰਝਾਇਆ ਹੋਇਆ ਹੈ। ਕਛੂ ਕਾਜ ਤੋ ਨਹਿ ਬਿਗੜਾਇਓ। ਕੋਈ ਤੇਰਾ ਕੰਮ ਤੇ ਨਹੀਂ ਵਿਗੜ ਗਿਆ ਹੈ। ਸੁਨ ਕਰ ਕਹਿਣ ਲੱਗਿਓ ਛਲ ਸਾਨੀ। ਸਾਨੀ ਕਹੀਏ ਨਾਲ ਭਿੱਜਣਾ, ਛਲ ਦੇ ਵਿੱਚ ਭਿੱਜ ਕੇ ਛਲ ਦੇ ਨਾਲ ਨਜੂਮੀਆਂ ਕਹਿਣ ਲੱਗਿਆ ਹੈ। ਵਿਦਿਆ ਕੀਨ ਵਿਚਾਰ ਮਹਾਨੀ। ਐ ਬਾਦਸ਼ਾਹ, ਮੈਂ ਬਹੁਤ ਵਿਦਿਆ ਵਿਚਾਰੀ ਹੈ। ਖੋਜਨ ਕਰੇ ਭਲੇ ਗ੍ਰਹਿ ਸਾਰੇ। ਫਿਰ ਮੈਂ ਜਿਹੜੇ ਭਲੀ ਪ੍ਰਕਾਰ ਸਾਰੇ ਚੰਗੇ ਗ੍ਰਹਿ ਹਨ ਉਹ ਵੀ ਖੋਜੇ ਭਾਲੇ। ਸਾੜ ਸਤੀ ਅਬ ਚੜੀ ਤੁਮਾਰੇ। ਤੇਰੇ ਤੇ ਸਾੜ ਸਤੀ, ਆਮ ਆਪਾਂ ਡਾੜੇ ਨਾ ਬੋਲ ਦਿੰਦੇ ਸਾੜ ਸਤੀ, ਵੈਸੇ ਢੱਡੇ ਨਾਲ ਹੈ ਸਾੜ ਸਤੀ। ਸਾੜ ਦਾ ਭਾਵ ਹੈ ਸਾਢੇ, ਸਤੀ ਦਾ ਭਾਵ ਹੈ ਸੱਤ। ਸਾੜ ਸਤੀ ਅਬ ਚੜੀ ਤੁਮਾਰੇ। ਇਹੋ ਭਾਵ ਐਸੀ ਇੱਕ ਬਲਾ, ਐਸਾ ਕੋਈ ਕਹਿ ਦਈਏ ਕਿ ਗ੍ਰਹਿ ਦਾ ਮਾੜਾ ਪ੍ਰਭਾਵ, ਜਿਹੜਾ ਜੋਤਸ਼ੀ ਕਹਿੰਦੇ ਨੇ ਕਿ 7.5 ਸਾਲ ਰਹਿੰਦਾ ਹੈ। ਉਹ ਇਹਦੇ ਉਪਾਅ ਕਰਨੇ ਪੈਂਦੇ ਆ ਤੇ ਉਹਨੂੰ ਕਿਹਾ ਜਾਂਦਾ ਸਾੜ ਸਤੀ। ਸਾੜ ਸਤੀ ਤੋਂ ਫਿਰ ਸਾੜ ਸਤੀ ਕਹਿਣਾ ਸ਼ੁਰੂ ਕਰਤਾ। ਤੇਰੇ ਤੇ ਹੁਣ ਸਾੜ ਸਤੀ 7.5 ਸਾਲ ਰਹਿਣ ਵਾਲੀ ਬਲਾ, ਮਾੜੇ ਗ੍ਰਹਾਂ ਦਾ ਪ੍ਰਭਾਵ ਤੇਰੇ ਤੇ ਚੜਿਆ ਹੈ। ਕਰੂਰ ਮਹਿਦ ਇਹੋ ਦੁੱਖ ਕੀ ਦਾਤਾ। ਇਹ ਤਾਂ ਬਹੁਤ ਹੀ ਭਿਆਨਕ ਤੇ ਵੱਡੇ ਦੁੱਖਾਂ ਦੇ ਦਾਤਾ, ਭਾਵ ਦੁੱਖ ਦੇਣ ਵਾਲੀ ਹੈ ਸਾੜ ਸਤੀ। ਜਿਸ ਪਰ ਚੜ੍ਹਤ ਕਰਤ ਤਿਸ ਘਾਤਾ।
ਐ ਜਹਾਂਗੀਰ ਜਿਹਦੇ ਤੇ ਸਾੜ ਸਤੀ ਚੜ ਜਾਂਦੀ ਹੈ ਨਾ, ਉਹਦਾ ਤੇ ਘਾਤ ਹੀ ਕਰ ਦਿੰਦੀ ਹੈ। ਸੋਨਤ ਸ਼ਾਹੋ ਦਲ ਕਿਉ ਧਰ ਤਰਾਸਾ, ਤਾਂ ਬਾਦਸ਼ਾਹ ਜਹਾਂਗੀਰ ਡਰ ਜਾ ਧਾਰ ਕੇ ਦਹਿਲ ਗਿਆ। ਕੋ ਉਪਾਉ ਕਹੋ ਸੁਖ ਰਾਸਾ, ਕੋਈ ਭਾਈ ਐ ਸੁੱਖਾਂ ਦੀ ਪੂੰਜੀ, ਸੁਖ ਰਾਸ ਸੁਖ ਦੇਣ ਵਾਲਿਆ ਨਜੂਮੀਆਂ, ਕੋਈ ਇਹਦਾ ਉਪਾਅ ਦੱਸ। ਤਵੈ ਨਜੂਮੀ ਬਾਕ ਉਚਾਰੇ, ਇਹ ਕਿਉਂਕਿ ਕੁਦਰਤੀ ਹੁੰਦਾ ਹੈ। ਆ ਹੁਣ ਕਈ ਵਾਰ ਜੋਤਸ਼ੀ ਨੂੰ ਹੱਥ ਦਿਖਾਉਣ ਲੱਗ ਜਾਂਦੇ ਆ ਕਈ। ਇਹ ਬੇਨਤੀ ਕਰਾਂ ਗੁਰਮੁਖੋ, ਹੱਥ ਅੱਡਣਾ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਅੱਡੋ। 2 ਟਕੇ ਦਾ ਉਹ ਬੰਦਾ ਨਹੀਂ ਹੁੰਦਾ, ਨਾ ਸ਼ਕਲ ਨਾ ਸੂਰਤ। ਇਹ ਪਿੰਡਾਂ ਵਿੱਚ ਮੰਗ ਕੇ ਉਹ ਖਾਣ ਨੂੰ ਤੁਰਿਆ ਫਿਰਦਾ ਹੈ, ਤੇ ਆਪਾਂ ਸਿੱਖ ਕਹਾਉਣ ਵਾਲੇ ਜਿਹੜੇ ਅਸੀਂ ਦਾਅਵੇ ਕਰਦੇ ਹਾਂ ਸਾਡੇ ਵਰਗਾ ਸਿੱਖ ਕੋਈ ਨਹੀਂ। ਇਸ ਤਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਤੇ ਗੁਰਮੁਖੋ ਫਿਰ ਜੇ ਕੋਈ ਇਹੋ ਜਿਹਾ ਕੁਛ ਕਰਦਾ, ਕਿਸੇ ਜੋਤਸ਼ੀ ਅੱਗੇ ਹੱਥ ਅੱਡਦਾ, ਤੇ ਉਹ ਭਲਾ ਫਿਰ ਸਿੱਖ ਹੋ ਸਕਦਾ? ਜਿਹੜਾ ਹੱਥ ਆਪਣੇ ਸਤਿਗੁਰ ਅੱਗੇ ਅੱਡਣਾ ਤੇ ਗੁਰੂ ਅੱਗੇ ਹੱਥ ਅੱਡ ਕੇ ਵੇਖ ਭਾਵਨਾ ਸ਼ਰਧਾ ਨਾਲ ਸਤਿਗੁਰੂ ਝੋਲੀਆਂ ਭਰਦੇ ਆ, ਤੇ ਉਹਨੇ ਤੇਤੋਂ ਕੁਝ ਨਾ ਕੁਝ ਕਢਾਉਣਾ। ਕੋਈ ਨਾ ਕੋਈ 4 ਗੱਲਾਂ ਪਹਿਲਾਂ ਬੰਦੇ ਨੂੰ ਛੱਤਣੀ ਚਾੜ ਦੇਣਾ, ਤੇਰੀ ਉਮਰ ਬੜੀ ਲੰਮੀ ਹੈ, ਤੂੰ ਤਾਂ ਸੋਟੀ ਲੈ ਕੇ ਤੁਰੇਗਾ, ਤੂੰ ਤਾਂ। ਇੱਕੋ ਹੀ ਗੱਲ ਜੋਤਸ਼ੀ ਨੂੰ ਪੁੱਛਿਆ ਕਰੋ ਵੀ ਸਹੀ ਐਨ ਦਿਨ ਘੜੀਆਂ, ਹੁਣ ਕਿੰਨੀ ਮੇਰੀ ਉਮਰ ਹੈ ਸਾਰੀ ਦੱਸ ਦੇ, ਹੁਣ ਕਿੰਨੀ ਹੈ। ਨਹੀਂ ਕਹਿਣਗੇ ਬੜੀ ਉਮਰ ਹੈ, 100 ਸਾਲ ਭੋਗੇਗਾ। ਬੰਦਾ ਚੌੜਾ ਹੋ ਜਾਂਦਾ ਵੀ 100 ਸਾਲ ਤਾਂ ਮਰਦੇ ਨਹੀਂ। ਫਿਰ ਇਹ ਨਾਲ ਦੇਖਣ ਲੱਗ ਜਾਂਦਾ, ਪਿੰਡ 'ਚ 100 ਸਾਲ ਦਾ ਤਾਂ ਨਹੀਂ ਕੋਈ ਹੋਇਆ, ਲੈ ਮੈਂ ਤਾਂ ਫਿਰ ਬਹੁਤ ਸਮਾਂ ਰਹੂੰ। ਕਿਉਂ? ਜੋਤਸ਼ੀ ਨੇ ਕਹਿਤਾ। ਫਿਕਰ ਉਹਨੂੰ ਆਪਦਾ ਕਿ ਉਹ ਮੈਂ ਕਿੰਨਾ ਟਾਈਮ ਰਹਿਣਾ ਹੈ। ਇਹ ਗੁਰਮੁਖੋ, ਇਹ ਜਦੋਂ ਇਹੋ ਜਿਹੀਆਂ ਗੱਲਾਂ ਕਰਦਾ ਕਰਦਾ ਫਿਰ ਉਹਨੇ ਵਿੱਚ ਹੀ ਕਹਿਣਾ ਕੁਛ ਤੇਰੇ ਤੇ ਗ੍ਰਹਿ ਜੇ ਮਾੜੇ ਆ ਵਿੱਚ, ਇਹ ਡਰ ਜਾਂਦਾ। ਕੁਦਰਤੀ ਹੈ, ਕਿਉਂਕਿ ਇੱਕ ਗੱਲ ਤੇ ਉਹ ਵੀ ਅੰਦਾਜ਼ਾ ਲਾ ਲੈਂਦੇ ਆ ਵੀ ਜਿਹੜਾ ਸਾਡੇ ਮੂਹਰੇ ਹੱਥ ਅੱਡ ਕੇ ਬਹਿ ਗਿਆ ਨਾ, ਇਹ ਬੈਠਾ ਹੀ ਲੁੱਟ ਖਾਣ ਨੂੰ ਹੈ, ਕਿਉਂਕਿ ਡਰੋਕਲ ਬੰਦਾ ਹੈ। ਜੇ ਇਹਨੂੰ ਸਾਡੇ ਤੇ ਵਿਸ਼ਵਾਸ ਹੀ ਨਾ ਹੁੰਦਾ, ਬਹਿੰਦਾ ਕਿਉਂ? ਉਹ ਫਿਰ ਗੱਲਾਂ ਬਾਤਾਂ ਵਿੱਚ ਹੀ ਇਹੋ ਜਿਹੀਆਂ ਤੇਰੇ ਤੇ ਆਏ ਹੋਣਾ ਤੁਹਾਡੇ ਘਰ, ਜਾਂ 2-4 ਗੱਲਾਂ ਕਹਿ ਦੇਣੀਆਂ, ਤੂੰ ਬੰਦਾ ਤੇ ਚੰਗਾ ਹੈ, ਤੂੰ ਕਈਆਂ ਦੇ ਚੰਗੇ ਕੰਮ ਕੀਤੇ ਪਰ ਤੇਰੇ ਉਹਨਾਂ ਨੇ ਚੰਗੇ ਨਹੀਂ ਕੀਤੇ। ਆਹੀ ਸਾਡਾ ਕੰਮ ਹੈਗਾ, ਇਸੇ ਕੰਮ 'ਚ ਅਸੀਂ ਮਾਰੇ ਪਏ ਆ। ਮੈਂ ਫਲਾਣੇ ਦਾ ਚੰਗਾ ਕੀਤਾ, ਮੈਂ ਟਮਕਾਣੇ ਦਾ, ਮੇਰਾ ਨਹੀਂ ਕਿਸੇ ਨੇ ਸੋਚਿਆ। ਫਲਾਂ ਰਿਸ਼ਤੇਦਾਰਾਂ ਦੇ ਮੈਂ ਕਰਤਾ, ਮੈਂ ਆਏ, ਪਰ ਮੇਰਾ ਨਹੀਂ ਕਿਸੇ ਨੇ ਸੋਚਿਆ। ਉਹ ਚੀਜ਼ਾਂ ਫਿਰ ਉਹ ਬਸ ਇਹੋ ਜਿਹੀਆਂ ਗੱਲਾਂ ਭਰਮੂ ਕੇ ਜੇ ਫਿਰ ਕੁਛ ਨਾ ਕੁਛ ਦੁੱਖ ਦਾ ਨਾਲ ਦੱਸ ਦੇਣਾ ਵਿੱਚ ਹੀ ਕੁਛ। ਤੇ ਬਾਕੀ ਮਾੜੀ ਮੋਟੀ ਉਹਨਾਂ ਨੇ ਉਹੋ ਜਿਹੀ ਵਿਦਿਆ ਜੀ ਸਿੱਖੀ ਹੁੰਦੀ ਹੈ ਗੱਲਾਂ ਬਾਤਾਂ ਨਾਲ। ਉਹ ਫਿਰ ਜਿਹੋ ਜਿਹਾ ਕੋਈ ਕੰਮ ਕਰਦਾ ਉਹੋ ਜਿਹੇ ਉਹਨੂੰ ਤਜਰਬੇ ਵੀ ਹੁੰਦੇ ਆ। ਤੇ ਇਸ ਕਰਕੇ ਹੁਣ ਅਸੀਂ ਗੁਰੂ ਘਰ ਇੱਥੇ ਰਹਿੰਦੇ ਹਾਂ, ਸਾਨੂੰ ਆਪਦੇ ਤਜਰਬੇ ਹੋ ਗਏ ਕਿਵੇਂ ਸੰਗਤ ਨੂੰ ਕਿਹੜੀ ਗੱਲ ਕਿਸ ਢੰਗ ਨਾਲ ਕਹਿਣੀ ਹੈ, ਕਦੇ ਕਿਵੇਂ ਕਦੇ ਕਿਵੇਂ। ਕੋਈ ਮਾਇਆ ਵੀ ਕਿਸੇ ਕਾਰਜ ਲਈ ਮੰਗਣੀ ਹੈ, ਉਦੋਂ ਵੀ ਫਿਰ ਉਹੋ ਜਿਹੇ ਢੰਗ ਦੀਆਂ ਗੱਲਾਂ ਕਰਨੀਆਂ ਕਿ ਭਾਵਨਾ ਨਾਲ ਗੁਰੂ ਘਰ ਦਾ ਕਾਰਜ ਹੈ। ਇਹ ਉਹਨਾਂ ਦੇ ਆਪਦੇ ਤਜਰਬੇ ਹੈ। ਜਦੋਂ ਜੇਬਾਂ ਚੋਂ ਕਿਸੇ ਦੇ ਮਾਇਆ ਕਢਾਉਣੀ ਹੈ ਤਾਂ ਫਿਰ ਉਲਟੀ ਜੀ ਗੱਲ ਦੱਸਣਗੇ, ਉਪਾਅ ਤਾਂ ਦੱਸ ਦਿੰਦਾ ਕਰ ਲਈ। ਕਹਿਣਗੇ ਰਾਤ ਨੂੰ 12 ਵਜੇ ਕੋਈ ਆਏ ਫਲਾਨਾ ਜਾਨਵਰ ਜਾਂ ਆਹ ਚੀਜ਼ਾਂ ਆਏ ਚੌਂਕ 'ਚ, ਪਹਿਲਾਂ ਤਾਂ ਲੋਕੀ ਡਰ ਜਾਂਦੇ ਆ। ਤੇ ਫਿਰ ਉਹ ਕਹਿੰਦਾ ਵੀ ਜੇ ਮੈਂ ਕਰ ਦੂੰ ਉਪਾਅ, ਪੈਸੇ ਦੇ ਦੇ। ਤੇ 500-400 200-400 ਲੈ ਕੇ ਹੀ ਉੱਠਦਾ ਹੈ ਤੇ ਉਹ ਤੁਰ ਜਾਂਦਾ ਹੈ। ਫਿਰ ਇਹ ਉਹੇ ਜਿਹੇ ਦਾ ਉਹੇ ਜਿਹਾ। ਕਹਿਣ ਦਾ ਭਾਵ ਹੈ ਵੀ ਇਹ ਭਰਮ ਹੈ। ਇੱਕ ਗੱਲ ਹੋ ਗਈ ਕਿ ਜਦੋਂ ਆਪਾਂ ਗੁਰੂ ਮਹਾਰਾਜ ਦੇ ਦਰ ਨਾਲ ਜੁੜ ਜਾਵਾਂਗੇ ਨਾ, ਬਹੁਤ ਬੰਦੇ ਕਹਿੰਦੇ ਜੀ ਹੁੰਦਾ ਹੈ ਸਭ ਕੁਝ, ਇਹ ਹੁੰਦਾ ਹੋਊ ਭਾਈ, ਹੁੰਦਾ ਹੋਣਾ ਨਾ। ਕੋਈ ਕਹਿੰਦਾ ਵੀ ਨਜ਼ਰ ਹੋਰ,
ਇਹ ਤਾਂ ਹੁਣ ਅੱਖਾਂ ਤੋਂ ਸਾਰਾ, ਪਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਈਏ, ਬਾਣੀ ਪੜ੍ਹੀਏ, ਹੁੰਦਾ ਹੋਵੇਗਾ ਪਰ ਸਾਡੇ ਤੇ ਅਸਰ ਨਹੀਂ ਹੋਊ। ਬਾਣੀ ਪੜ੍ਹਨ ਦੇ ਨਾਲ ਮਹਾਰਾਜ ਕਿਰਪਾ ਕਰਦੇ ਐ। ਕੋਈ ਤੁਹਾਨੂੰ ਨਜ਼ਰ ਨਹੀਂ ਲਾ ਸਕਦਾ, ਕੋਈ ਕੁਛ ਕਰਾ ਨਹੀਂ ਦੇ ਸਕਦਾ ਵੀ ਕਿਸੇ ਦੇ ਕਿਰਾਏ ਨਾਲ ਕਿਸੇ ਨੂੰ ਕੁਛ ਹੋ ਜਾਊਗਾ, ਜੇ ਬਾਣੀ ਤੇ ਵਿਸ਼ਵਾਸ ਹੈ। ਜੇ ਵਿਸ਼ਵਾਸ ਹੀ ਨਹੀਂ, ਫਿਰ ਭਾਈ ਬਸ ਤੁਰੇ ਫਿਰਦੇ ਆ। ਇਸ ਕਰਕੇ ਗੁਰੂ ਮਹਾਰਾਜ ਦੇ ਦਰ ਘਰ ਨਾਲ ਜੁੜ ਜਾਈਏ, ਮਹਾਰਾਜ ਅੱਗੇ ਅਰਦਾਸ ਕਰੀਏ। ਦੁੱਖ ਸੁੱਖ ਜੀਵਨ ਵਿੱਚ ਆਉਂਦੇ ਹੀ ਰਹਿੰਦੇ ਆ, ਕਿਉਂਕਿ ਜੇ ਹੁਣ ਆ ਰਿਹਾ ਕੁਝ ਤਾਂ ਕੁਦਰਤੀ ਵਰਤਾਰਾ ਹੈ, ਜਗਤ ਦਾ ਰੀਤ ਹੈ। ਇੱਕ ਪਾਸੋਂ ਕੁਝ ਆਉਣਾ ਤਾਂ ਜਾਣਾ ਵੀ ਹੈ, ਜਨਮਿਆ ਤਾਂ ਮਰਨਾ ਵੀ ਹੈ, ਸੁੱਖ ਆਇਆ ਤਾਂ ਦੁੱਖ ਵੀ ਆਉਣਗੇ, ਕਿਉਂਕਿ ਦੋਏ ਕੱਪੜੇ ਹੈ। ਧਨ ਆਇਆ ਤਾਂ ਕੋਲੋਂ ਜਾਵੇਗਾ ਵੀ। ਇਹ ਤਾਂ ਸਾਰਾ ਕੁਝ ਜੋ ਆ ਰਿਹਾ ਉਹਦੇ ਵਿੱਚੋਂ ਜਾਣਾ ਵੀ ਹੈ। ਤੇ ਬਾਕੀ ਭਾਈ ਆਪਾਂ ਆਪ ਦਾ ਜੀਵਨ ਵੇਖੀਏ ਕਿ ਕਈ ਕਹਿੰਦੇ ਵੀ ਭੂਤ ਪ੍ਰੇਤ ਜਾਂ ਹੋਰ ਇਹੋ ਜਿਹਾ ਕੁਛ, ਜੋ ਤਾਂ ਹੈ ਤਾਂ ਉਹ ਗੁਰੂ ਮਹਾਰਾਜ ਨਾਲ ਜੁੜ ਜੋ। ਹੁਣ ਜੇ ਭਾਈ ਨਸ਼ੇ ਵਿਕਾਰ ਨੇ, ਇਹ ਵੀ ਪ੍ਰੇਤ ਹੈ। ਜਿਹੜੇ ਘਰ ਦੇ ਵਿੱਚ ਹੁਣ ਕੋਈ ਸ਼ਰਾਬਾਂ ਪੀ ਜਾਂਦੇ ਆ, ਹੋਰ ਉਹ ਭੂਤ ਪ੍ਰੇਤ ਹੀ ਹੈ, ਹੋਰ ਕੀ ਆ। ਤੇ ਉਹ ਹੁਣ ਉਹੋ ਜਿਹਾ ਕੁਛ ਆ, ਬਰਬਾਦੀ ਪੈਸੇ ਦੀ ਕਰਦੇ ਆ, ਨੁਕਸਾਨ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਿਆ ਕਰੋ, ਗੁਰੂ ਸਾਹਿਬ ਜੀ ਕਿਰਪਾ ਕਰੀ, ਘਰ ਪਰਿਵਾਰ ਤੇ ਮਿਹਰਾਂ ਭਰਿਆ ਹੱਥ, ਤੰਦਰੁਸਤੀ ਚੜ੍ਹਦੀਆਂ ਕਲਾਂ ਬਖਸ਼ੀ। ਹਰ ਸਮੇਂ ਆਉਨੇ ਆ, ਗੁਰੂ ਮਹਾਰਾਜ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਤੇ ਸਤਿਗੁਰੂ ਕਿਰਪਾ ਕਰਦਾ ਹੈ। ਗੁਰੂ ਦੀ ਪ੍ਰਸੰਨਤਾ, ਇਹ ਤਾਂ ਹੁਣ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਨਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਕੋਈ ਪਤਾ ਨਹੀਂ ਕਿਹੜੀ ਜਿਹੜੀ ਹੈ ਤਾਰ ਜੁੜ ਜਾਣੀ ਹੈ, ਤੇ ਜਦੋਂ ਗੁਰਮੁਖੋ ਧੁਰ ਹਿਰਦੇ ਤੋਂ ਤਾਰ ਜੁੜ ਗਈ, ਉਦਾਂ ਹੀ ਕਿਰਪਾ ਹੋ ਜਾਣੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਨਜੂਮੀ ਕਹਿਣ ਲੱਗਿਆ ਕਿ ਮੈਂ ਇਹਦਾ ਕੋਈ ਉਪਕਾਰ ਕਰਾਂਗਾ, ਤਬੈ ਨਜੂਮੀ ਬਾਕ ਉਚਾਰੇ। ਤਦ ਨਜੂਮੀਏ ਨੇ ਇਸ ਤਰ੍ਹਾਂ ਦੇ ਬੋਲ ਬੋਲੇ, ਮੈਂ ਸੋਚਿਓ ਇਸ ਕੋ ਉਪਚਾਰੇ। ਬਾਦਸ਼ਾਹ ਮੈਂ ਇਹਦਾ ਉਪਚਾਰ ਭਾਵ ਇਲਾਜ ਸੋਚ ਲਿਆ ਹੈ। ਰਾਖੋ ਗੋਪ ਮਹਾ ਫਲ ਪਾਵੋ, ਪਰ ਇਹ ਤੂੰ ਗੁਪਤ ਰੱਖੀ ਗੱਲ, ਫਿਰ ਤੈਨੂੰ ਵੱਡੇ ਫਲ ਦੀ ਪ੍ਰਾਪਤੀ ਹੋਵੇਗੀ। ਬਹੁ ਲੋਕਨ ਕੇ ਨਾਹੇ ਸੁਨਾਵੋ, ਹੋਰ ਬਹੁਤੇ ਲੋਕਾਂ ਵਿੱਚ ਨਹੀਂ ਇਹ ਗੱਲ ਦੱਸਣੀ ਹੈ। ਹਾ ਰਾ ਰਾ ਗੱਗਾ ਤੀਨ, ਕਹਿੰਦੇ ਇਸ ਤਰ੍ਹਾਂ ਦਾ ਨਾਂ ਹੋਵੇ ਜਿਹਦੇ ਮੂਹਰੇ ਪਹਿਲਾਂ ਹਾਹਾ ਲੱਗਦਾ ਹੋਵੇ, ਫਿਰ ਰਾਰਾ, ਫਿਰ ਗੱਗਾ। ਇਹ 3 ਅੱਖਰ, ਬੱਬਾ ਦੱਦਾ ਨਾਮ ਸੋਚੀਨ, ਤੇ ਬਾਅਦ ਵਿੱਚ ਬੱਬਾ ਤੇ ਦੱਦਾ। ਇਹ ਇਸ ਤਰ੍ਹਾਂ 5 ਅੱਖਰ ਲੱਗਦੇ ਹੋਣ, ਇਸ ਤਰ੍ਹਾਂ 5 ਅੱਖਰਾਂ ਵਾਲਾ ਨਾਮ ਜਾਣ ਲੈ। ਬਾਹਿਜ ਬਰਨ ਜਾਤ ਸੋਢੀਨ, ਬਾਹਿਜ ਕਹਿੰਦੇ ਨੇ ਖੱਤਰੀ ਨੂੰ। ਇਹ ਬਾਦਸ਼ਾਹ ਖੱਤਰੀ ਉਹਦਾ ਵਰਨ ਹੋਵੇ, ਜਾਤ ਸੋਢੀਨ, ਤੇ ਖੱਤਰੀਆਂ ਵਿੱਚ ਵੀ ਜਿਹੜਾ ਸੋਢੀ ਵੰਸ਼ ਹੋਵੇ ਜਾਤੀ, ਇਹ ਖੱਤਰੀਆਂ ਦੀ ਵੰਸ਼ ਹੈ। ਆਸ ਕੋ ਟੋਲੋ ਪੁਰਖ ਪ੍ਰਬੀਨ, ਇਸ ਤਰ੍ਹਾਂ ਦਾ ਕੋਈ ਮਹਾਨ ਪੁਰਖ ਹੋਵੇ। ਪ੍ਰਬੀਨ ਕੀ ਹੈ, ਚੰਗਾ ਚਤਰ ਸਿਆਣਾ, ਜਿਹੜਾ ਕੋਈ ਮਹਾਨ ਹੋਣਾ ਚਾਹੀਦਾ ਹੈ। ਦੁਰਗ ਗਵਾਲੀਅਰ ਥਾਨ ਨਿਰਾਲਾ, ਤੇ ਜੋ ਗਵਾਲੀਅਰ ਦਾ ਕਿਲਾ ਹੈ, ਉਸ ਜਗ੍ਹਾ ਨਿਰਾਲੀ ਥਾਂ ਤੇ ਬੈਠ ਤਹਾਂ ਜਪ ਕਰੈ ਸੁਢਾਲਾ। ਉਸ ਜਗ੍ਹਾ ਬੈਠ ਕਰਕੇ ਉਥੇ ਤੇਰੇ ਵਾਸਤੇ ਕੋਈ ਤਪ ਕਰੇ। ਕਰੋ ਜਤਨ ਇਹ ਖੈਰ ਤੁਮਾਰੀ, ਇਹ ਕੋਈ ਯਤਨ ਕਰ ਲੈ, ਇਹਦੇ ਵਿੱਚ ਹੀ ਤੇਰੀ ਖੈਰ ਹੈ। ਸਾਢ ਸਤੀ ਬਲ ਹੋਏ ਨਿਰਵਾਰੀ, ਜਿਹੜਾ ਫਿਰ ਇਹ ਸਾਢ ਸਤੀ ਦਾ ਬਲ ਹੈ,
ਉਹ ਨਿਵਰਤ ਹੋ ਜਾਊਗਾ, ਦੂਰ ਹੋ ਜਾਵੇਗਾ। ਸੁਨਤ ਸ਼ਾਹੋ ਚਿਤ ਚਿੰਤ ਪਰੋਵਾ। ਸੁਣ ਕੇ ਬਾਦਸ਼ਾਹ ਜਿਹੜਾ ਹੈ ਉਹਦਾ ਚਿੱਤ ਚਿੰਤਾ ਦੇ ਵਿੱਚ ਪਰੋਇਆ ਗਿਆ। ਕਹੇ ਨਜੂਮੀ ਕੇ ਬਸ ਹੋਵਾ। ਤਾਂ ਉਹ ਨਜੂਮੀਏ ਦੇ ਬਸ ਵਿੱਚ ਹੋ ਕੇ ਬਾਦਸ਼ਾਹ ਕਹਿੰਦਾ ਹੈ, ਇੱਕ ਚੰਦੂ ਦੋਏ ਤ੍ਰੈ ਉਮਰਾਵ। ਇੱਕ ਉਥੇ ਚੰਦੂ ਸੀ, ਦੋ ਤਿੰਨ ਹੋਰ ਉਮਰਾਵ ਸਨ। ਢਿਗ ਥੇ ਜਿਨ ਕੀ ਇੱਕ ਸਲਾਬ। ਉਹ ਕੋਲ ਸੀ ਜਿਨ੍ਹਾਂ ਦੀ ਸਲਾਹ ਇੱਕੋ ਜਹੀ ਸੀ। ਕਿਤਕ ਕਾਲ ਸੋਚਤ ਰਹਿ ਸ਼ਾਹੂ। ਕੁਝ ਕੁ ਸਮਾਂ ਬਾਦਸ਼ਾਹ ਸੋਚਦਾ ਰਿਹਾ ਕਿ ਇਸ ਤਰ੍ਹਾਂ ਦਾ ਪੁਰਖ ਕਿੱਥੋਂ ਲੱਭੀਏ। ਬੋਲਿਓ ਬਹੁਰ ਬਿਲੋਕੇ ਪਾਹੂ। ਫਿਰ ਇਸ ਤਰ੍ਹਾਂ ਦੇਖ ਦੂਖ ਕੇ ਜੇ ਸਾਰੇ ਪਾਸੇ ਕਹਿਣ ਲੱਗਿਆ ਹੈ, ਆਸ ਨਾਰ ਹੈ ਕਿ ਨਹੀਂ ਕਿਸ ਠਾਹਰ। ਇਹ ਹੁਣ ਬਿਲੋਕੇ ਪਾਹੂ, ਤੁਸੀਂ ਵੇਖੋ ਵੀ ਐਸਾ ਪ੍ਰਾਣੀ ਕੋਈ ਹੈ ਇੱਥੇ ਕਿ ਨਹੀਂ ਹੈ ਕਿਸੇ ਜਗ੍ਹਾ। ਨਰ ਖੋਜੋ ਪੁਰ ਪੁਰ ਕਰ ਆਹਰ। ਨਗਰ ਨਗਰ ਸ਼ਹਿਰ ਸ਼ਹਿਰ ਉਦਮ ਆਹਰ ਕਰਕੇ ਕੋਈ ਐਸੇ ਪ੍ਰਾਣੀ ਦੀ ਖੋਜ ਕਰੋ। ਚੰਦੂ ਇੱਕ ਉਮਰਾਵ ਸੋ ਪ੍ਰੇਰਾ। ਤਾਂ ਚੰਦੂ ਨੇ ਇੱਕ ਉਮਰਾਵ ਨੂੰ ਸਾਰੀ ਗੱਲ ਸਮਝਾਈ ਹੋਈ ਸੀ, ਉਹਨੂੰ ਪ੍ਰੇਰਿਆ। ਸ਼ਾਹੂ ਸੰਗ ਬੋਲਿਓ ਤਿਸ ਬੇਰਾ। ਉਹ ਉਮਰਾਵ ਬਾਦਸ਼ਾਹ ਨੂੰ ਉਸ ਸਮੇਂ ਕਹਿਣ ਲੱਗਿਆ, ਐਸੋ ਨਰ ਰਾਵਰ ਕੇ ਪਾਸ। ਮਹਾਰਾਜ ਬਾਦਸ਼ਾਹ, ਐਸਾ ਜਿਹੜਾ ਨਰ ਮਨੁੱਖ ਪੁਰਸ਼ ਹੈ ਉਹ ਤੁਹਾਡੇ ਕੋਲ ਹੀ ਹੈ। ਸਭ ਹੀ ਪਤੇ ਮਿਲਤ ਹੈ ਤਾਸ। ਆ ਸਾਰਾ ਜੋ ਨਜੂਮੀਏ ਨੇ ਦੱਸਿਆ ਸਾਰੇ ਪਤੇ ਉਹਨਾਂ ਨਾਲ ਮਿਲਦੇ ਹਨ। ਸੋਢੀ ਕੁਲ ਖੱਤਰੀ ਬਖਿਆਤ। ਬਾਦਸ਼ਾਹ, ਉਹਨਾਂ ਦੀ ਕੁਲ ਵੀ ਸੋਢੀ ਹੈ ਜੋ ਪ੍ਰਤੱਖ ਖੱਤਰੀ ਵਰਨਦੇ ਹਨ। ਹਰ ਗੋਬਿੰਦ ਨਾਮ ਕਹਿਲਾਤ। ਹਾਹਾ ਰਾਰਾ ਗੱਗਾ ਬੱਬਾ ਤੇ ਦੱਦਾ ਕਹਿੰਦੇ ਹਰ ਗੋਬਿੰਦ ਉਹਨਾਂ ਦਾ ਨਾਮ ਹੈ, ਉਹ ਹਰਗੋਬਿੰਦ ਕਹਾਉਂਦੇ ਨੇ। ਦਰਬ ਪੰਚ ਹੈ ਰਾਵਰ ਘਰ ਤੇ। ਫਿਰ ਇਹ ਵੀ ਹੈ ਕਿ 500 ਰੁਪਈਆ ਦੇਖ ਬਾਦਸ਼ਾਹ ਤੇਰੇ ਘਰ ਤੋਂ ਪਹੁੰਚਤ ਨਿਤ ਆਨੰਦ ਸੋ ਵਰਤੇ। ਉਹ ਖਜ਼ਾਨੇ ਵਿੱਚੋਂ ਰੋਜ਼ ਪਹੁੰਚਦਾ ਤੇ ਬੜਾ ਆਨੰਦ ਨਾਲ ਉਹ ਵਰਤਦੇ ਹਨ। ਕਹੈ ਸ਼ਾਹੂ ਸੋ ਤੋ ਗੁਰ ਪੀਰ। ਬਾਦਸ਼ਾਹ ਕਹਿੰਦਾ ਵੀ ਉਹ ਤੇ ਗੁਰੂ ਪੀਰ ਹਨ। ਮੁਰ ਔਰ ਸ਼ਰਧਾ ਪਿਖ ਥਿਤ ਤੀਰ। ਮੇਰੇ ਹਿਰਦੇ ਦੀ ਸ਼ਰਧਾ ਉਹਨਾਂ ਨੂੰ ਵੇਖ ਕਰਕੇ ਉਹਨਾਂ ਤੇ ਹੋਈ ਹੈ। ਤਿਨ ਕੋ ਬਰਨੀ ਬਨੈ ਨ ਐਸੇ। ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਕਹਿਣੀ ਨਹੀਂ ਬਣਦੀ। ਗੁਰ ਨਾਨਕ ਗਾਦੀ ਜੋ ਬੈਸੇ। ਉਹ ਤੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਗੱਦੀ ਤੇ ਬੈਠੇ ਹਨ। ਸੁਣ ਬੋਲਿਓ ਤਬ ਚੰਦ ਕਪੱਤਾ। ਤਾਂ ਫਿਰ ਉਸ ਸਮੇਂ ਸੁਣ ਕੇ ਜਿਹੜਾ ਚੰਦੂ ਕਪੱਤਾ ਹੈ, ਭੈੜੀ ਮੱਤ ਵਾਲਾ, ਕਹਿਣ ਲੱਗਿਆ ਹੈ, ਜਾਨੋ ਪੀਰ ਤਿਸੈ ਬਖਿਆਤਾ। ਕਿ ਤੁਸੀਂ ਉਹਨੂੰ ਪ੍ਰਤੱਖ ਪੀਰ ਜਾਣਦੇ ਹੋ। ਪੀਰ ਹੋਵੇ ਦਰਗਾਹ ਸਹਾਈ। ਫਿਰ ਪੀਰ ਤਾਂ ਜਿਹੜਾ ਹੁੰਦਾ ਉਹ ਆਪਣੇ ਸੇਵਕਾਂ ਦਾ ਦਰਗਾਹ ਦਾ ਸਹਾਈ ਹੁੰਦਾ ਹੈ। ਕਿਉਂ ਨਾ ਕਰੇ ਅਬ ਇਹ ਭਲਾਈ। ਫਿਰ ਉਹ ਭਲਾ ਦੱਸੋ ਇਹ ਭਲਾਈ ਦਾ ਕੰਮ ਕਿਉਂ ਨਹੀਂ ਕਰਨਗੇ। ਬਣੀ ਬਣਾਈ ਬਾਤ ਸੋ ਜਾਨੋ। ਇਹ ਤੁਸੀਂ ਜਾਣ ਲਓ ਵੀ ਇਹ ਤਾਂ ਗੱਲ ਬਣੀ ਬਣਾਈ ਪਈ ਹੈ, ਲੱਭਣ ਦੀ ਲੋੜ ਨਹੀਂ। ਸਮੇਂ ਕਰਾਲ ਸਹਾਇਕ ਮਾਨੋ। ਤੁਸੀਂ ਉਹਨਾਂ ਨੂੰ ਪੀਰ ਕਹਿੰਦੇ ਹੋ, ਪਰ ਤੁਹਾਡੇ ਤੇ ਭਿਆਨਕ ਸਮਾਂ ਆਇਆ, ਹੁਣ ਉਹਨਾਂ ਨੂੰ ਆਪਣਾ ਸਹਾਇਕ ਮੰਨੋ। ਜੇ ਇਮ ਸੁਨ ਹੈ ਹਰ ਗੋਬਿੰਦ। ਜੇ ਇਸ ਤਰ੍ਹਾਂ ਸੁਣ ਕੇ ਜੋ ਗੁਰੂ ਹਰਗੋਬਿੰਦ ਜੀ ਹਨ
ਕਰੈ ਜਾਪ ਲਹਿ ਆਨੰਦ ਬਿਲੰਦ। ਉਹ ਜਾਪ ਕਰਨ ਤੇ ਇਸ ਤਰ੍ਹਾਂ ਵੱਡਾ ਆਨੰਦ ਪ੍ਰਾਪਤ ਹੋਵੇ। ਨਹਿ ਸੰਕੋਹ ਤੁਮ ਆਪ ਉਚਾਰੋ। ਇਸ ਕਰਕੇ ਬਾਦਸ਼ਾਹ ਕੋਈ ਸ਼ੰਕਾ ਨਾ ਕਰ, ਤੂੰ ਆਪ ਉਹਨਾਂ ਨੂੰ ਬੇਨਤੀ ਕਹਿ। ਦੇਹੋ ਸਨਮਾਨ ਸਮੀਪ ਹਕਾਰੋ। ਉਹਨਾਂ ਨੂੰ ਸਨਮਾਨ ਦੇ ਕਰਕੇ ਆਪਣੇ ਕੋਲ ਸੱਦੋ। ਕਹਿਓ ਸ਼ਾਹੋ ਮੈਂ ਆਪ ਸਿਧਾਊਂ। ਬਾਦਸ਼ਾਹ ਕਹਿੰਦਾ ਵੀ ਮੈਂ ਖੁਦ ਜਾਵਾਂਗਾ ਚੱਲ ਕੇ। ਅਰਜ ਕਰੂੰ ਚਿੱਤ ਭੀ ਡਰ ਪਾਊਂ। ਬੇਨਤੀ ਕਰੂੰ ਪਰ ਮੈਂ ਚਿੱਤ ਵਿੱਚੋਂ ਡਰ ਵੀ ਪਾਉਂਦਾ, ਡਰਦਾ ਵੀ ਹਾਂ। ਪਹੁੰਚਿਓ ਗੁਰ ਢਿਗ ਬੰਧਨ ਧਾਰੀ। ਇਸ ਤਰ੍ਹਾਂ ਜਹਾਂਗੀਰ ਬਾਦਸ਼ਾਹ ਸਤਿਗੁਰਾਂ ਕੋਲ ਪਹੁੰਚਿਆ ਤੇ ਨਮਸਕਾਰ ਕੀਤੀ। ਅਰਪੀ ਚਾਰ ਅਕੋਰ ਅਗਾਰੀ। ਸੋਹਣੀਆਂ ਸੁੰਦਰ ਭੇਟਾਵਾਂ ਸਤਿਗੁਰੂ ਅੱਗੇ ਅਰਪਣ ਕੀਤੀਆਂ ਹਨ। ਮੋਨ ਠਾਨ ਕਰ ਬਦਨ ਮਲੀਨਾ। ਚੁੱਪ ਕਰਕੇ ਬੈਠਾ ਤੇ ਮੁਖ ਮੁਰਝਾਇਆ ਹੋਇਆ ਹੈ। ਬੈਠਿਓ ਸ਼ਾਹੋ ਨਿਕਟ ਮਨ ਦੀਨਾ। ਮਨ ਤੋਂ ਦੀਨ ਜਿਹਾ ਹੋ ਕੇ ਬਾਦਸ਼ਾਹ ਸਤਿਗੁਰਾਂ ਕੋਲ ਬੈਠਾ ਹੈ। ਸਤਿਗੁਰ ਮਨ ਜਾਨੀ ਮੁਰਝਾਇਓ। ਸਤਿਗੁਰੂ ਨੇ ਮਨ ਦੀ ਜਾਣ ਲਈ ਕਿ ਮਨ ਇਹਦਾ ਕਿਉਂ ਮੁਰਝਾਇਆ ਹੈ। ਹਿਤ ਬੂਝਨ ਕੇ ਬਾਤ ਅਲਾਇਓ। ਪਰ ਫਿਰ ਵੀ ਮਹਾਰਾਜ ਨੇ ਪੁੱਛਣ ਵਾਸਤੇ ਗੱਲ ਕਹੀ, ਬਾਤ ਬਚਨ ਕਹੇ। ਹਜ਼ਰਤ ਕਹੋ ਕੌਣ ਹੈ ਕਾਰਨ। ਐ ਬਾਦਸ਼ਾਹ ਦੱਸ ਕੀ ਐਸਾ ਕਾਰਨ ਹੈ ਜਿਸ ਤੇ ਏਬ ਦਸ਼ਾ ਕੀਏ ਧਾਰਨ। ਜਿਹਦੇ ਨਾਲ ਇਹੋ ਜੀ ਤੂੰ ਦਸ਼ਾ ਜਿਹੜੀ ਹੈ ਉਹ ਧਾਰਨ ਕੀਤੀ ਹੋਈ ਹੈ। ਦੇਖੋ ਗੁਰੂ ਆਪ ਹੀ ਕੈਸੀ ਵਿਧ ਬਣਾਉਂਦਾ। ਸਾਰੀ ਖੇਡ ਮਹਾਰਾਜ ਦੀ ਰਚੀ ਹੈ। ਮਹਾਰਾਜ ਤਾਂ ਕਹਿ ਕੇ ਤੁਰੇ ਸੀ, ਮਾਤਾ ਅਸੀਂ ਗਵਾਲੀਅਰ ਜਾਣਾ ਹੈ, ਉੱਥੇ 52 ਰਾਜੇ ਨੇ ਕੈਦੀ ਜਿਹੜੇ ਅੰਦਰ ਹੀ ਮਰਨਾ ਹੈ ਉਹਨਾਂ ਨੇ ਜੇ ਨਾ ਗਏ। ਉਹਨਾਂ ਦੀ ਪੁਕਾਰ ਆ ਗਈ, ਹੁਣ ਉਹ ਛੁਡਾ ਕੇ ਲਿਆਉਣੇ ਆ 52। ਉਹ ਰਾਜ ਸੀ ਕੈਦੀ, ਉਹ ਰਾਜੇ ਸੀ ਥੰਮਲਿਆਂ ਨਾਲ ਗੁਰਮੁਖੋ ਬੰਨੇ ਹੋਏ ਸਨ। ਤੇ ਜਿਹੜੇ ਤੁਸੀਂ ਕਦੇ ਗਵਾਲੀਅਰ ਗਏ ਦੇਖੋ ਨਾ, ਵੱਡੇ ਵੱਡੇ ਥੰਮ ਨੇ ਉਹ ਕਿਲੇ ਦੇ, ਤੇ ਉਹ ਉਹਨਾਂ ਨਾਲ ਸੰਗਲ ਪਾ ਕੇ ਬੰਨੇ ਹੋਏ ਸੀ ਇਹ ਰਾਜੇ, ਕਿਤੇ ਭੱਜ ਨਾ ਜਾਣ। ਇਹੋ ਜਿਹੀਆਂ ਸਜ਼ਾਵਾਂ ਕਿ ਜਦੋਂ ਫਿਰ ਜਿਹਦੀ ਮੌਤ ਹੋਊਗੀ ਉਦੋਂ ਹੀ ਉਹਦੀ ਲੋਥ ਬਾਹਰ ਕੱਢਾਂਗੇ। ਗੁਰੂ ਸਾਹਿਬ ਅੱਗੇ ਬੇਨਤੀਆਂ ਕਰਦੇ, ਕਿਉਂਕਿ ਜਦੋਂ ਪਤਾ ਲੱਗ ਜੇ ਹੁਣ ਇੱਥੇ ਹੀ ਮਰਨਾ ਹੈ, ਫਿਰ ਬੰਦਾ ਸਾਰੇ ਉਪਾਅ ਛੱਡ ਦਿੰਦਾ ਹੈ। ਬਾਕੀ ਉਹ ਤਾਂ ਰਾਜੇ ਸੀ। ਹੁਣ ਰਾਜਿਆਂ ਕੋਲੇ ਤਾਂ ਦੁਨੀਆ ਪੁਕਾਰਾਂ ਕਰਦੀ ਹੈ, ਉਹ ਰਿਆਸਤਾਂ ਦੇ ਰਾਜੇ। ਹੁਣ ਉਹਨਾਂ ਨੇ ਜੇ ਪੁਕਾਰ ਕਰਨੀ ਤਾਂ ਜਹਾਂਗੀਰ ਕੋਲ ਹੀ ਕਰਨੀ ਸੀ। ਜਹਾਂਗੀਰ ਦੇ ਤਾਂ ਸਜ਼ਾਵਾਂ ਦਿੱਤੀਆਂ ਹੋਈਆਂ ਸੀ ਉਹਨਾਂ ਨੂੰ। ਇਸ ਕਰਕੇ ਫਿਰ ਉਹ ਪੁਕਾਰਾਂ ਕਿਹਦੇ ਅੱਗੇ ਕਰਦੇ ਆ? ਪਰਮੇਸ਼ਰ ਅੱਗੇ। ਤੇ ਉਸ ਸਮੇਂ ਕਲਯੁਗ ਦੇ ਸਮੇਂ ਪਰਮੇਸ਼ਰ ਹਾਜ਼ਰ ਨਾਜ਼ਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਕਾਰ ਰੂਪ ਭਲੇ ਦੇ ਵਾਸਤੇ ਮਹਾਰਾਜ ਨੇ ਧਾਰਿਆ ਹੋਇਆ ਹੈ। ਤੋ ਇਸ ਕਰਕੇ ਮਹਾਰਾਜ ਤਾਂ ਪਹਿਲਾਂ ਹੀ ਕਹਿ ਕੇ ਐਸੀ ਵਿਧ ਬਣਾਤੀ। ਦੱਸ ਕੀ ਐਸਾ ਕਾਰਨ ਇਹੋ ਜੀ ਹਾਲਤ ਕੀਤੀ ਹੈ? ਸਤਿਗੁਰੂ ਜਹਾਂਗੀਰ ਬਾਦਸ਼ਾਹ ਨੂੰ ਪੁੱਛਦੇ ਹਨ, ਸੁਨੋ ਪੀਰ ਕਿਆ ਕਰੋ ਬਖਾਨ। ਬਾਦਸ਼ਾਹ ਕਹਿੰਦਾ, ਹੇ ਪੀਰ ਜੀ ਸੁਣੋ, ਕੀ ਤੁਹਾਨੂੰ ਦੱਸਾਂ। ਬਿਨਾ ਬਖਾਨੇ ਬਨੈ ਨਾਯਾਨ। ਪਰ ਬਿਨਾ ਦੱਸੇ ਤੋਂ ਵੀ ਗੱਲ ਨਹੀਂ ਬਣਦੀ ਹੈ। ਸਾਢ ਸਤੀ ਮੋਰੇ ਪਰ ਆਈ। ਕਹਿਣ ਲੱਗਿਆ ਬਾਦਸ਼ਾਹ, ਇਹ ਮਹਾਰਾਜ ਮੇਰੇ ਤੇ ਸਾਢ ਸਤੀ ਆ ਗਈ ਹੈ। ਅਪਰ ਨਹੀਂ ਕਛ ਹੋਤ ਉਪਾਈ। ਹੁਣ ਇਹਨੂੰ ਲਾਹੁਣ ਦਾ ਕੋਈ ਹੋਰ ਤੇ ਉਪਾਅ ਨਹੀਂ ਹੁੰਦਾ ਹੈ। ਏਕ ਜਤਨ ਸੋ ਹਾਥ ਤੁਮਾਰੀ। ਇੱਕੋ ਇੱਕ ਯਤਨ ਹੈ, ਉਹ ਮਹਾਰਾਜ ਤੁਹਾਡੇ ਹੱਥ ਹੈ। ਜਿਸ ਤੇ ਉਪਜੈ ਖੈਰ ਹਮਾਰੇ। ਜਿਹਦੇ ਨਾਲ ਮਹਾਰਾਜ ਜੇ ਤੁਸੀਂ ਉਹ ਕਿਰਪਾ ਕਰਦੇ ਹੋ
ਤਾਂ ਮੇਰੀ ਖੈਰ ਸੁਖ ਮੈਨੂੰ ਪੈਦਾ ਹੋ ਸਕਦੀ ਹੈ, ਭਾਵ ਮੈਨੂੰ ਸੁਖ ਮਿਲ ਸਕਦਾ ਹੈ। ਦੁਰਗ ਗਵਾਲੀਅਰ ਮੈਂ ਥਿਰ ਹੋਇ ਕੈ। ਮਹਾਰਾਜ ਵੀ ਜੋ ਗਵਾਲੀਅਰ ਦਾ ਕਿਲਾ ਹੈ ਉਹਦੇ ਵਿੱਚ ਟਿਕ ਕਰਕੇ ਸਿਮਰੋ ਅੱਲ੍ਹ ਮਾਲ ਕਰ ਗਏ ਕੈ। ਤਾਂ ਉੱਥੇ ਤੁਸੀਂ ਅਕਾਲ ਪੁਰਖ ਪਰਮਾਤਮਾ ਦਾ ਹੱਥ ਵਿੱਚ ਮਾਲਾ ਫੜ ਕੇ ਮਾਲ ਕਰ ਗਏ ਹੈ। ਅੱਲਾ ਨੂੰ ਸਿਮਰੋ, ਪਰਮੇਸ਼ਰ ਨੂੰ ਸਿਮਰੋ। ਇੱਕ ਚਾਲੀਸਾ ਜੇ ਤੁਮ ਕਰੋ, ਤੇ ਇੱਕ ਚਾਲੀਸਾ ਮਹਾਰਾਜ ਜੀ ਇਸ ਤਰ੍ਹਾਂ ਸਿਮਰਨ ਕਰਕੇ ਮੇਰੇ ਵਾਸਤੇ ਕਰ ਦਿਓ, ਭਾਵ 40 ਦਿਨ ਦਾ। ਸਾਢ ਸਤੀ ਕੋ ਬਲ ਪਰ ਹਰੋ। ਫੇਰ ਮਹਾਰਾਜ ਜਿਹੜੀ ਸਾਢ ਸਤੀ ਹੈ ਇਹਦਾ ਬਲ ਮੇਰੇ ਤੋਂ ਦੂਰ ਹੋ ਸਕਦਾ ਹੈ। ਸਤਿਗੁਰ ਸੁਨ ਮੁਸਕਾਤ ਅਲਾਈ। ਸਤਿਗੁਰੂ ਜੀ ਨੇ ਸੁਣਿਆ ਤੇ ਹੱਸ ਕੇ ਮਹਾਰਾਜ ਕਹਿਣ ਲੱਗੇ, ਸਾਢ ਸਤੀ ਨਹਿ ਤੁਮ ਪਰ ਆਈ। ਬਾਦਸ਼ਾਹ, ਸਾਢ ਸਤੀ ਤੇਰੇ ਤੇ ਨਹੀਂ ਆਈ ਹੈ, ਜਿਸ ਪਰ ਸਾਢ ਸਤੀ ਅਬ ਆਈ। ਸਾਢ ਸਤੀ ਤਾਂ ਅਸਲ ਵਿੱਚ ਜਿਹਦੇ ਤੇ ਹੁਣ ਆਈ ਹੋਈ ਹੈ, ਤਿਸ ਤੈ ਬਨਹਿ ਨ ਏਕ ਉਪਾਈ। ਉਹ ਹੁਣ ਕੁਝ ਮਰਜ਼ੀ ਕਰ ਲੇ, ਉਹ ਤੋਂ ਇੱਕ ਵੀ ਉਹ ਬਚਣ ਦਾ ਉਪਾਅ ਨਹੀਂ ਬਣਨਾ ਹੈ। ਅਬ ਜਾਵੇ ਹਮ ਥਲ ਗਵਾਲੀਅਰ। ਮਹਾਰਾਜ ਕਹਿੰਦੇ ਹੁਣ ਅਸੀਂ ਗਵਾਲੀਅਰ ਦੇ ਸਥਾਨ ਤੇ ਜਾਵਾਂਗੇ। ਸੰਕਟ ਕਟੈ ਘਨੈ ਕੋ ਢੇਰ। ਉੱਥੇ ਸਾਰੇ ਬੇਅੰਤ ਜਿਹੜੇ ਸੰਕਟ ਨੇ ਬਹੁਤ ਲੋਕਾਂ ਦੇ ਉੱਥੇ ਜਾ ਕੇ ਕੱਟਾਂਗੇ। ਸੁਨਤ ਸ਼ਾਹੋ ਮਨ ਹਰਖ ਅਲਾਇਓ। ਬਾਦਸ਼ਾਹ ਨੇ ਸੁਣਿਆ, ਮਨ ਵਿੱਚ ਖੁਸ਼ੀ ਹੋਈ, ਕਹਿਣ ਲੱਗਿਆ, ਧੰਨ ਗੁਰੂ ਸੰਕਟ ਬਿਨ ਸਾਇਓ। ਧੰਨ ਹੈ ਸਤਿਗੁਰੂ ਜੀ ਜਿਹੜਾ ਮੇਰਾ ਤੁਸੀਂ ਸੰਕਟ ਦੁੱਖ ਦੂਰ ਕੀਤਾ ਹੈ। ਤੁਮ ਤੇ ਆਛੋ ਕੋ ਹੋਏ ਪਿਆਰੋ। ਮਹਾਰਾਜ ਤੁਹਾਡੇ ਤੋਂ ਚੰਗਾ ਹੋਰ ਕਿਹੜਾ ਪਿਆਰਾ ਹੈ। ਜਿਨ ਕੇ ਦੀਏ ਪ੍ਰਾਨ ਤਨ ਧਾਰੋ। ਜਿਨ੍ਹਾਂ ਦੇ ਦਿੱਤੇ ਹੋਏ ਹੁਣ ਮੈਂ ਪ੍ਰਾਣ ਆਪਣੇ ਤਨ ਵਿੱਚ ਧਾਰਾਂਗਾ ਵੀ, ਨਹੀਂ ਤੇ ਮਰ ਜਾਣਾ ਸੀ। ਇਹ ਤਾਂ ਹੁਣ ਤੁਸੀਂ ਕਿਰਪਾ ਕੀਤੀ ਹੈ, ਜੋ ਤੁਸੀਂ ਕਿਹਾ ਸੀ ਜਾਵਾਂਗੇ। ਹੁਣ ਮੈਨੂੰ ਇਉਂ ਹੋ ਗਿਆ ਵੀ ਜਿਵੇਂ ਮਰੇ ਨੂੰ ਪ੍ਰਾਣ ਮਿਲ ਗਏ ਹੋਣ। ਪਰਵਾਨਾ ਤਬ ਸ਼ਾਹ ਲਿਖਾਇਓ। ਤੇ ਬਾਦਸ਼ਾਹ ਨੇ ਫਿਰ ਇੱਕ ਆਪਣੇ ਵਜ਼ੀਰਾਂ ਤੋਂ ਪਰਵਾਨਾ ਲਿਖਾਇਆ, ਦੁਰਗਪਤੀ ਕੋ ਪਾਸ ਪਠਾਇਓ। ਜਿਹੜਾ ਦੁਰਗਪਤੀ ਕਿਲੇਦਾਰ ਹੈ, ਦਰੋਗਾ, ਉਹਦੇ ਕੋਲ ਭੇਜਿਆ। ਸ੍ਰੀ ਗੁਰ ਹਰ ਗੋਬਿੰਦ ਇਤਿ ਆਵੈ। ਕਿ ਐ ਕਿਲੇਦਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਧਰ ਆਉਣਗੇ। ਕਰ ਚਾਲੀਸਾ ਮੋਹਿ ਬਚਾਵੈ। ਉਹਨਾਂ ਨੇ ਇੱਥੇ ਚਾਲੀਸਾ ਕਰਨਾ ਤੇ ਮੈਨੂੰ ਬਚਾਉਣਗੇ। ਆਛੇ ਥਲ ਡੇਰਾ ਕਰ ਸੇਵਾ। ਉਹਨਾਂ ਦਾ ਚੰਗੀ ਜਗ੍ਹਾ ਤੇ ਡੇਰਾ ਕਰਨਾ, ਸੇਵਾ ਕਰਨੀ ਹੈ। ਜਿਸ ਤੇ ਰਹਿ ਪ੍ਰਸੰਨ ਗੁਰਦੇਵਾ। ਐਸੀ ਸੇਵਾ ਕਰੀ ਜਿਹਦੇ ਨਾਲ ਗੁਰੂ ਸਾਹਿਬ ਪ੍ਰਸੰਨ ਰਹਿਣ। ਸਤਿਗੁਰ ਕਹਿਓ ਰਹਿ ਸਭ ਡੇਰਾ। ਗੁਰੂ ਮਹਾਰਾਜ ਕਹਿਣ ਲੱਗੇ ਵੀ ਕੋਈ ਨਹੀਂ, ਸਾਰਾ ਜਿਹੜਾ ਡੇਰਾ ਹੈ ਸਾਡਾ ਉਹ ਆਪੇ ਹੋ ਜਾਏਗਾ, ਅਸੀਂ ਉੱਥੇ ਹੀ ਰਹਾਂਗੇ। ਹਮ ਗਮਨੈ ਤਿਤ ਹੋਤ ਸਵੇਰਾ। ਅਸੀਂ ਜਦੋਂ ਸਵੇਰ ਹੋਵੇਗੀ ਉੱਥੇ ਜਾਵਾਂਗੇ, ਚੱਲਾਂਗੇ। ਸ਼ਾਹ ਸੰਗ ਉਮਰਾਵ ਸਿਪਾਹੀ। ਤਾਂ ਬਾਦਸ਼ਾਹ ਦੇ ਸਮੇਤ ਹੋਰ ਜਿੰਨੇ ਉਮਰਾਵ ਸਿਪਾਹੀ ਹਨ, ਦੀਨੇ ਮਾਰਗ ਸੇਵਾ ਤਾਈ। ਤਾਂ ਉਹਨਾਂ ਨੇ ਜਿਹੜਾ ਫਿਰ ਮਾਰਗ ਰਸਤੇ ਦੀ ਸੇਵਾ ਹੈ, ਉਹ ਸਾਰੇ ਸਿਪਾਹੀ ਵਗੈਰਾ ਉਮਰਾਵ ਵਗੈਰਾ ਸਭ ਸੇਵਾ ਵਿੱਚ ਦਿੱਤੇ ਹਨ। ਪੁਨਹਿ ਬੰਦ ਪਗ ਗਾ ਨਿਜ ਧੰਮ। ਤਾਂ ਫਿਰ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਬਾਦਸ਼ਾਹ ਆਪਣੇ ਘਰ ਨੂੰ ਗਿਆ ਹੈ। ਸ੍ਰੀ ਗੁਰ ਹਰ ਗੋਬਿੰਦ ਅਬ੍ਰਹਮ। ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਬ੍ਰਹਮੂ
ਜੋ ਅਬਰਾਮ ਸੁੰਦਰ ਤਨ ਵੀ ਕਹਿੰਦੇ ਮਹਾਨ ਹਨ। ਤਿਆਰੀ ਕਰਤ ਭਏ ਨਿਜ ਸਾਰੀ, ਸਾਰੀ ਭਾਈ ਪ੍ਰੇਮ ਸਹਿਤ ਤਿਆਰੀ ਕੀਤੀ ਹੈ। ਸਭਨ ਸੁਨਾਵਤ ਗਿਰਾ ਉਚਾਰੀ, ਸਾਰੀਆਂ ਸੰਗਤਾਂ ਨੂੰ ਸੁਣਾ ਕੇ ਸਤਿਗੁਰਾਂ ਬਚਨ ਕਹੇ। ਪੰਜ ਸਿੱਖ ਗਮ ਨਹਿ ਮਮ ਸੰਗ, ਇਹ ਭਾਈ ਪੰਜ ਸਿੱਖ ਸਾਡੇ ਨਾਲ ਚੱਲਣਗੇ। ਰਹਿ ਚਮੂ ਸੁਧ ਲੇਹੁ ਤੁਰੰਗ, ਬਾਕੀ ਜਿਹੜੀ ਫੌਜ ਹੈ ਉਹ ਇੱਥੇ ਹੀ ਜਿਹੜੀ ਰਹੂਗੀ। ਸੁਧ ਲੇਹੁ ਉਹ ਇੱਥੇ ਹੀ ਘੋੜਿਆਂ ਦੀ ਖਬਰਸਾਰ, ਹੋਰ ਤੁਸੀਂ ਸਾਰਾ ਪ੍ਰਬੰਧ ਇੱਥੇ ਰੱਖਣਾ ਹੈ। ਕਹਿਓ ਮਸੰਦਨ ਕੋ ਸਮਝਾਏ, ਜਿਹੜੇ ਮਸੰਦ ਸਨ ਉਹਨਾਂ ਨੂੰ ਸਤਿਗੁਰਾਂ ਨੇ ਸਮਝਾ ਕੇ ਕਿਹਾ ਹੈ। ਹਮ ਆਵੇ ਦਿਨ ਕਿਤਕ ਬਿਤਾਏ, ਅਸੀਂ ਭਾਈ ਮਸੰਦੋ ਕੁਝ ਦਿਨ ਬਤੀਤ ਕਰਕੇ ਆਵਾਂਗੇ। ਖਾਨ ਪਾਨ ਕਰ ਨਿਸਾ ਬਿਤਾਈ, ਇਸ ਤਰ੍ਹਾਂ ਭਾਈ ਖਾਣਾ ਪੀਣਾ ਕੀਤਾ ਤੇ ਰਾਤ ਬਤੀਤ ਕੀਤੀ। ਭਈ ਭੋਰ ਗਮਨੇ ਗੋਸਾਈ, ਮਾਲਕ ਸਤਿਗੁਰੂ ਸਵੇਰ ਹੋਈ ਚੱਲ ਪਏ। ਪੰਜ ਸਿੱਖ ਲੈ ਸੰਗ ਪਿਆਨੇ, ਪੰਜ ਗੁਰ ਸਿੱਖਾਂ ਨੂੰ ਨਾਲ ਲੈ ਕੇ ਚੱਲੇ ਹਨ। ਪਹੁੰਚੇ ਜਾਏ ਗਵਾਲੀਅਰ ਥਾਨੇ, ਤੇ ਗਵਾਲੀਅਰ ਦੇ ਸਥਾਨ ਤੇ ਜਾ ਪਹੁੰਚੇ। ਦੁਰਗਪਤੀ ਆਖੈ ਹਰਦਾਸ, ਜਿਹੜਾ ਦੁਰਗਪਤੀ ਹੈ ਕਿਲੇਦਾਰ ਹੈ, ਦਰੋਗਾ ਹੈ। ਦਰੋਗਾ ਸ਼ਬਦ ਹੀ ਦੁਰਗ ਤੋਂ ਬਣਿਆ। ਦੁਰਗ ਕਿਲੇ ਨੂੰ ਕਹਿੰਦੇ ਆ। ਦੁਰਗ ਦਾ ਜਿਹੜਾ ਪਤੀ ਭਾਵ ਕਿਲੇ ਦਾ ਮਾਲਕ ਹੁੰਦਾ ਹੈ। ਜਿਵੇਂ ਅੱਜ ਕੱਲ ਆਪਾਂ ਕਹਿੰਦੇ ਵੀ ਆ ਜੇਲ੍ਹ ਸੁਪਰਡੈਂਟ ਹੈ, ਇਸ ਤਰ੍ਹਾਂ ਉਹ ਜਿਹਾ ਜਿਹੜਾ ਕੋਈ ਭਾਵ ਮੁਖੀ ਬਣਾਇਆ ਹੋਇਆ ਸੀ, ਉਹਦਾ ਨਾਮ ਹਰਦਾਸ ਹੈ। ਹਰਦਾਸ ਦਰੋਗਾ ਕਿਉਂ ਉਸ ਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ। ਸਿਮਰਤ ਸਤਿਗੁਰ ਦਰਸ਼ਨ ਪਾਸ, ਉਹ ਗੁਰਮੁਖੋ ਹਰ ਸਮੇਂ ਸਿਮਰਦਾ ਸੀ ਕਿ ਮਹਾਰਾਜ ਦੇ ਕਿਵੇਂ ਨਾ ਕਿਵੇਂ ਦਰਸ਼ਨ ਹੋਣ। ਪਹੁੰਚੇ ਤਹਿ ਸ੍ਰੀ ਹਰਗੋਬਿੰਦ, ਤਾਂ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚ ਗਏ। ਤਬ ਹਰਦਾਸ ਉੱਠਿਓ ਕਰ ਬੰਦ, ਤਾਂ ਦਰੋਗਾ ਹਰਦਾਸ ਹੱਥ ਜੋੜੇ ਹਨ ਉੱਠਿਆ ਹੈ। ਡੇਰਾ ਕਰਵਾਇਓ ਸ਼ੁਭ ਥਾਨ, ਚੰਗੀ ਜਗ੍ਹਾ ਤੇ ਮਹਾਰਾਜ ਦਾ ਡੇਰਾ ਉਤਾਰਾ ਕਰਵਾਇਆ। ਸੇਵਾ ਸਭ ਵਿਦ ਕੀਨੀ ਆਨ, ਸਭ ਤਰ੍ਹਾਂ ਕਰਕੇ ਉਸਨੇ ਆ ਕੇ ਸੇਵਾ ਕੀਤੀ। ਕੈਦ ਬਿਖੈ ਮਹੀਪਾਲ ਬਿਸਾਲਾ, ਤੇ ਜਿਹੜੇ ਕੈਦ ਦੇ ਵਿੱਚ ਮਹੀਪਾਲ ਕਹੀਏ ਰਾਜੇ ਸਨ ਬੇਅੰਤ ਹੀ। ਉਮਰ ਕੈਦ ਜਿਨ ਕੀ ਸਭ ਕਾਲਾ, ਜਿਨ੍ਹਾਂ ਦੀ ਉਮਰ ਕੈਦ ਸਾਰੇ ਸਮਾਂ ਭਾਵ ਜਿੰਨੇ ਆਖਰੀ ਪ੍ਰਾਣ ਤੱਕ ਉਹਨਾਂ ਨੂੰ ਉਮਰ ਕੈਦ ਸੀ। ਬਹੁਰ ਨਾ ਛੋੜਨ ਜਿਨ ਕੇ ਹੋਏ, ਇਉਂ ਤਾਂ ਉਮਰ ਉਹਨਾਂ ਨੂੰ ਭਾਈ ਛੱਡਣਾ ਨਹੀਂ ਸੀ। ਜਿਹੜਾ ਕੋਈ ਉੱਥੇ ਹੋ ਜਾ ਵੜਦਾ ਸੀ ਉਸ ਸਮੇਂ ਉਮਰ ਕੈਦੀ, ਉਹਨੂੰ ਮੁੜ ਕੇ ਛੱਡਿਆ ਨਹੀਂ ਸੀ ਜਾਂਦਾ। ਇਸੀ ਦੁਰਗ ਮਹਿ ਘੇਰਤ ਸੋਏ, ਐਸੇ ਕੈਦੀਆਂ ਨੂੰ ਫਿਰ ਇਹੋ ਜਿਹੜਾ ਹੈ ਕਿਲੇ ਦੇ ਵਿੱਚ ਸੁੱਟਿਆ ਜਾਂਦਾ। ਸੁਣੀ ਸਭਨ ਸਤਿਗੁਰੇ ਤੇ ਆਏ, ਜਦੋਂ ਉਹਨਾਂ ਨੇ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇੱਥੇ ਆਏ ਹਨ। ਭਏ ਆਨੰਦ ਜਨੋ ਛੁਟਕਾਏ, ਉਹਨਾਂ ਨੂੰ ਬਹੁਤ ਖੁਸ਼ੀ ਹੋਈ। ਮਾਨੋ ਇਉਂ ਹੋ ਗਿਆ ਵੀ ਸਾਡਾ ਛੁਟਕਾਰਾ ਹੀ ਹੋ ਗਿਆ। ਕਰ ਜੋਰੇ ਸਭ ਹੀ ਤਹਿ ਆਏ, ਹੱਥ ਜੋੜੇ ਕਿਉਂਕਿ ਮਹਾਰਾਜ ਨੇ ਜਾ ਕੇ ਪਹਿਲੀ ਸ਼ਰਤ ਰੱਖੀ। ਸ਼ਰਤਾਂ ਮਹਾਰਾਜ ਪਹਿਲਾਂ ਤਾਂ ਇਹਨਾਂ ਦੇ ਸੰਗਲ ਖੋਲੋ। ਮਹਾਰਾਜ ਕਹਿੰਦੇ ਤਾਂ ਪਸ਼ੂਆਂ ਤੋਂ ਵੀ ਭੈੜਾ ਹਾਲ ਕੀਤਾ, ਅਸੀਂ ਬੈਠਾਂਗੇ ਇੱਥੇ ਤਾਂ ਰਹਾਂਗੇ, ਸਾਰਿਆਂ ਦੇ ਸੰਗਲ ਖੋਲੋ। ਫਿਰ ਹਰਦਾਸ ਦਰੋਗੇ ਨੇ ਆਗਿਆ ਲਈ ਜਹਾਂਗੀਰ ਬਾਦਸ਼ਾਹ। ਮਹਾਰਾਜ ਨੇ ਆਹ ਗੱਲ ਕਹੀ ਹੈ, ਕਹਿੰਦੇ ਮਹਾਰਾਜ ਜਿਵੇਂ ਕਹਿੰਦੇ ਉਵੇਂ ਕਰ ਦਿਓ। ਫਿਰ ਉਹ ਪਹਿਲਾਂ ਤਾਂ ਉਹਨਾਂ ਰਾਜਿਆਂ ਦੇ ਸੰਗਲ ਖਲਵਾਏ ਜਾਣ ਸਰ ਗੁਰੂ ਸਾਹਿਬ ਨੇ। ਇਹ ਇਉਂ ਫਿਰ ਪਤਾ ਲੱਗਿਆ ਵੀ ਸੰਗਲ ਕਿਉਂ ਖੋਲਤੇ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਆ ਇੱਥੇ, ਉਹਨਾਂ ਨੇ ਚਾਲੀਸਾ ਕਰਨਾ, 40 ਦਿਨ ਤਪ ਕਰਨਾ,
ਉਹਨਾਂ ਨੇ ਪਹਿਲੀ ਸ਼ਰਤ ਹੀ ਰੱਖੀ, ਰਾਜਿਆਂ ਦੇ ਸੰਗਲ ਖੋਲੋ। ਤਾਂ ਰਾਜਿਆਂ ਨੂੰ ਖੁਸ਼ੀ ਹੋਈ ਵੀ ਮਾਨੋ ਸਾਡਾ ਤਾਂ ਛੁਟਕਾਰਾ ਹੀ ਹੋ ਗਿਆ, ਕਿਉਂਕਿ ਥੰਮਲਿਆਂ ਨਾਲ ਬੰਨੇ ਉੱਥੇ ਹੀ ਬੈਠੇ ਰਹਿਣਾ। ਇਹੋ ਜਿਹੀਆਂ ਹਾਲਾਤਾਂ, ਗੰਦ ਮੰਦ ਬੁਰਾ ਹਾਲ ਸੀ ਉਹਨਾਂ ਦਾ। ਗੁਰੂ ਸਾਹਿਬ ਨੇ ਜਾ ਕੇ ਸਾਰਾ ਉਹਨਾਂ ਨੂੰ ਕਿਹਾ ਵੀ ਇਹਨਾਂ ਦੇ ਇਸ਼ਨਾਨ ਕਰਾਓ, ਸਾਰੇ ਇਹਨਾਂ ਨੂੰ ਬਸਤਰ ਹੋਰ ਦਿਓ। ਮਹਾਰਾਜ ਦਿਨੋਂ ਦਿਨ ਉਹਨਾਂ ਦੀ ਹਾਲਤ ਵੀ ਨਾਲ ਦੀ ਨਾਲ ਸੁਧਾਰਦੇ ਹਨ। ਗੁਰੂ ਪਾਤਸ਼ਾਹ ਮਹਾਰਾਜ ਕੋਲ ਆਏ ਹਨ, ਕਰ ਜੋਰੇ ਸਭ ਹੀ ਤਹਿ, ਹੱਥ ਜੋੜ ਕੇ ਸਾਰੇ ਉੱਥੇ ਪਹੁੰਚੇ। ਗੁਰ ਕੋ ਦਰਸ ਕੀਨ ਸੁਖ ਪਾਏ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੁਖ ਪਾਇਆ ਹੈ। ਸਭ ਕੇ ਉੱਪਰ ਬਸਤਰ ਮਲੀਨ, ਸਾਰਿਆਂ ਦੇ ਉੱਤੇ ਮੈਲੇ ਜੇ ਬਸਤਰ ਹਨ। ਤਨ ਤੇ ਦੁਰਬਲ ਚਿੰਤਾ ਪੀਨ, ਸਰੀਰਾਂ ਦੇ ਬਹੁਤ ਕਮਜ਼ੋਰ ਤੇ ਚਿੰਤਾ ਵਿੱਚ ਭਿੱਜੇ ਹੋਏ ਨੇ। ਬਾਲ ਸਮਸ਼ ਮਹਿ ਜੂਕ ਕਨੇਰੀ, ਸਮਸ਼ ਨਾਮ ਹੈ ਦਾੜੇ, ਉਹਨਾਂ ਦੇ ਸਿਰ ਦੇ ਬਾਲਾਂ, ਦਾੜੇ ਹੋਰ ਬਾਲਾਂ ਵਿੱਚ ਗੁਰਮੁਖੋ ਜੂਕ, ਜੂਆਂ ਪੈ ਗਈਆਂ ਸੀ ਬਹੁਤ ਜ਼ਿਆਦੇ। ਪਾਇਨ ਪਰੀ ਪੀਨ ਹੀ ਬੇਰੀ, ਪੈਰਾਂ ਦੇ ਵਿੱਚ ਸਖਤ ਬੇੜੀਆਂ ਪਾਈਆਂ ਨੇ। ਜੀਰਨ ਪਟ ਤਨ ਧਾਰਨ ਕਰੇ, ਪਾਟੇ ਜਿਹੜੇ ਹਨ ਬਸਤਰ ਉਹਨਾਂ ਨੇ ਸਰੀਰ ਤੇ ਧਾਰੇ ਹੋਏ ਐ। ਮੁਕਤ ਹੋਣ ਕੀ ਆਸ ਨਾ ਧਰੇ, ਜਿਨ੍ਹਾਂ ਨੇ ਹੁਣ ਇੱਥੋਂ ਖਿਹੜਾ ਛਡਾਉਣਾ, ਮੁਕਤੀ ਭਾਵ ਬੰਦ ਖਲਾਸੀ ਹੋਣ ਦੀ ਕੋਈ ਆਸਾ ਨਹੀਂ ਸੀ ਰੱਖੀ। ਜਰਾ ਸਿੰਧ ਜਿਮ ਰਾਜੇ ਗਏ, ਜਿਵੇਂ ਦੇਖੋ ਜਰਾ ਸਿੰਧ ਜਿਮ ਰਾਜੇ ਗਏ। ਜਦੋਂ ਜਰਾ ਸਿੰਧ ਜਿਹੜਾ ਹੈ ਉਹਨੇ ਵੀ ਬਹੁਤ ਕਿਸੇ ਸਮੇਂ ਆਪਣੇ ਸਮੇਂ ਰਾਜਿਆਂ ਨੂੰ ਬੜੇ ਦੁੱਖ ਦਿੱਤੇ। ਤੇ ਇਸ ਤਰ੍ਹਾਂ ਜਦੋਂ ਰਾਜੇ ਗਏ, ਉਹ ਜਦੋਂ ਜਰਾਸੰਧ ਨਾਲ ਯੁੱਧ ਹੋਣਾ ਸੀ, ਉਹ ਕ੍ਰਿਸ਼ਨ ਭਗਵਾਨ ਨੇ ਜਰਾਸੰਧ ਦਾ ਵੱਧ ਕਰਵਾਇਆ। ਤੇ ਉਹਦੇ ਗਏ ਤੋਂ ਕ੍ਰਿਸ਼ਨ ਭਗਵਾਨ ਨੂੰ ਜਦੋਂ ਦੇਖਿਆ ਤਾਂ ਜਿਹੜੇ ਰਾਜੇ ਸਨ ਉਹ ਬੜੇ ਖੁਸ਼ ਹੋਏ ਸੀ। ਉਹ ਗੱਲ ਇੱਥੇ ਲਿਖਦੇ ਹਨ, ਦੇਖ ਕ੍ਰਿਸ਼ਨ ਕੋ ਆਨੰਦ ਭਏ। ਉਹ ਕ੍ਰਿਸ਼ਨ ਭਗਵਾਨ ਨੂੰ ਜਿਵੇਂ ਦੇਖ ਕੇ ਖੁਸ਼ ਹੋਏ ਸਨ। ਤਿਮ ਸਭ ਪਿਖ ਸ੍ਰੀ ਹਰਿ ਗੋਬਿੰਦ, ਉਸੇ ਤਰ੍ਹਾਂ ਇਹਨਾਂ ਸਾਰੇ 52 ਰਾਜਿਆਂ ਨੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਜੀ। ਭੇ ਪ੍ਰਸੰਨ ਛੁਟਨੇ ਮਾਨੰਦ, ਤਾਂ ਹੁਣ ਪ੍ਰਸੰਨ ਹੋਏ ਕਿ ਹੁਣ ਸਾਡਾ ਛੁਟਕਾਰਾ ਹੋ ਜਾਊਗਾ। ਦੇਖਤ ਕਿਰਪਾ ਕਿਰਪਾਲ ਵਿਸਾਲਾ, ਤਾਂ ਭਾਈ ਬੇਅੰਤ ਕਿਰਪਾਲਤਾ ਨਾਲ ਕਿਰਪਾ ਕਰਕੇ ਮਹਾਰਾਜ ਕਿਰਪਾਲੂ ਸਤਿਗੁਰੂ ਵੇਖਦੇ ਨੇ। ਸਭ ਕੋ ਧੀਰਜ ਸਭ ਕੋ ਦਈ ਧੀਰਜ ਤਿਸ ਕਾਲਾ, ਸਾਰਿਆਂ ਨੂੰ ਉਸ ਸਮੇਂ ਧੀਰਜ ਦਿੱਤੀ ਹੈ। ਰਹਿਣ ਲੱਗੇ ਪੁਨ ਦੁਰਗ ਮਝਾਰੇ, ਫਿਰ ਮਹਾਰਾਜ ਕਿਲੇ ਵਿੱਚ ਰਹਿਣ ਲੱਗੇ ਹਨ। ਸਭ ਕੈਦਨ ਕੋ ਦੇਤ ਆਹਾਰੇ, ਮਹਾਰਾਜ ਨੇ ਜਿੰਨਾ ਆਹਾਰ ਮਿਲਣਾ ਉਹ ਸਾਰਾ ਕੈਦੀਆਂ ਨੂੰ ਛਕਾਉਣਾ। ਤੇ ਗੁਰੂ ਸਾਹਿਬ ਵਾਸਤੇ ਫਿਰ ਸਿੱਖ ਗੁਰਮੁਖੋ ਕਿਰਤ ਕਰਦੇ, ਜਾ ਕੇ ਦਿਹਾੜੀ ਲਾ ਲਾ ਕੇ ਜਿਹੜੀ ਮਿਹਨਤ ਹੁੰਦੀ ਸੀ ਉਹ ਫਿਰ ਲਿਆ ਕੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਕੈਦੀਆਂ ਨੂੰ ਆਹਾਰ ਭੋਜਨ ਦਿੰਦੇ ਹਨ। ਪਾਤਸ਼ਾਹ ਤੇ ਧਨ ਬਹੁ ਆਵੇ, ਬਾਦਸ਼ਾਹ ਵੱਲੋਂ ਵੀ ਬਹੁਤ ਧਨ ਆਉਂਦਾ ਹੈ। ਪੁਨ ਹਰਦਾਸ ਰਸਦ ਪਹੁੰਚਾਵੇ, ਫਿਰ ਹਰਦਾਸ ਦਰੋਗਾ ਵੀ ਰਸਦ ਪਹੁੰਚਦੀ ਕਰਦਾ ਹੈ। ਜੇ ਤੱਕ ਕੈਦੀ ਬ੍ਰਿੰਦ ਸਿਪਾਹੀ, ਜਿੰਨੇ ਵੀ ਇਹ ਜਿਹੜੇ ਹਨ ਕੈਦੀ ਸਨ, ਹੋਰ ਜਿੰਨੇ ਹੋਰ ਪਹਿਰੇਦਾਰ ਸਿਪਾਹੀ ਨੇ। ਸਤਿਗੁਰ ਦੇਗ ਪੰਚਾਮ੍ਰਿਤ ਖਾਹੀ, ਉੱਤੇ ਲੱਗਿਆ ਕੜਾਹ ਪ੍ਰਸ਼ਾਦ ਤਿਆਰ ਹੋਣ। ਤੇ ਉਹ ਪੰਚ ਅੰਮ੍ਰਿਤ ਮਹਾਰਾਜ ਦੇਗਾਂ ਸਜਾਉਂਦੇ, ਲੰਗਰ ਤੇ ਕੜਾਹ ਪ੍ਰਸ਼ਾਦ ਸਤਿਗੁਰੂ ਨੇ ਗੱਫੇ ਛਕਾਉਣੇ ਸ਼ੁਰੂ ਕਰਤੇ।
ਇਹ ਗੁਰਮੁਖੋ ਮਾਲਕ ਨੇ ਦੇਖੋ ਕਿਰਪਾ ਕੀਤੀ। ਕੱਲ ਵੀ ਆਈ ਸੀ ਵੀ ਜਹਾਂਗੀਰ ਬਾਦਸ਼ਾਹ ਕਹਿੰਦਾ ਇਹੋ ਜਿਹਾ ਤਾਂ ਪਦਾਰਥ ਹੀ ਨਹੀਂ ਹੈ ਹੋਰ ਕਿਤੇ। ਇਹ ਪੰਚਾਮ੍ਰਿਤ ਹੈ, ਇਹਨੂੰ ਸ੍ਰੇਸ਼ਟ ਅੰਮ੍ਰਿਤ ਕਿਹਾ ਕੜਾਹ ਪ੍ਰਸ਼ਾਦ ਨੂੰ। ਤੇ ਹੋਰ ਲੰਗਰ ਮਹਾਰਾਜ ਸਾਰਾ ਛਕਾਉਂਦੇ ਉਹ ਛਕਦੇ ਹਨ। ਤਉ ਬਚੈ ਪੁਨ ਵਹਿਰ ਦੇ ਭਾਵੈ, ਸਭ ਨੂੰ ਛਕਾ ਕੇ ਫਿਰ ਵੀ ਬਚ ਜਾਂਦਾ ਤੇ ਉਹ ਮਹਾਰਾਜ ਫਿਰ ਬਾਹਰ ਭੇਜ ਦਿੰਦੇ। ਆਨ ਲੋਕ ਸਗਰੇ ਤਹਿ ਖਾਵੈ, ਤੇ ਹੋਰ ਆਲੇ ਦੁਆਲੇ ਲੋਕ ਇਕੱਠੇ ਹੋ ਜਾਂਦੇ, ਉਹ ਆ ਕੇ ਛਕਦੇ ਹਨ। ਗੁਰੂ ਨਾ ਖਾਏ ਸ਼ਾਹ ਕੇ ਘਰ ਤੇ, ਗੁਰੂ ਸਾਹਿਬ ਜੀ ਜਿਹੜਾ ਬਾਦਸ਼ਾਹ ਵੱਲੋਂ ਆਉਂਦਾ ਉਹ ਨਹੀਂ ਛਕਦੇ ਹਨ। ਦੋਏ ਸਿੱਖ ਕਰੈ ਮਜ਼ਦੂਰੀ ਪੁਰ ਤੇ, ਦੋ ਸਿੱਖ ਜਾਂਦੇ ਨੇ ਰੋਜ਼ ਮਜ਼ਦੂਰੀ ਕਰਦੇ ਆ ਸ਼ਹਿਰ ਵਿੱਚ। ਲੈ ਆਵੈ ਤਿਸ ਰਸਤ ਸਮਾਜ, ਤੇ ਉਹ ਭਾਈ ਰਾਸ਼ਨ ਦਾ ਸਾਰਾ ਸਮਾਨ ਲੈ ਕੇ ਆਉਂਦੇ। ਛਕ ਹੈ ਸੋ ਗਰੀਬ ਨਿਵਾਜ, ਗਰੀਬ ਨਵਾਜ ਪਾਤਸ਼ਾਹ ਉਹ ਛਕਦੇ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜੋ ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਖਸ਼ਟਮ ਮਹੱਲੇ, ਜੋ 6ਵੇਂ ਮਹੱਲੇ ਦੀ ਇਹ ਕਥਾ ਹੈ। ਸ੍ਰੀ ਗੁਰੂ ਸਾਹਿਬ ਗਵਾਲੀਅਰ ਪ੍ਰਵੇਸ਼ਨ ਪ੍ਰਸੰਗ ਵਰਣਨ, ਜੋ ਮਹਾਰਾਜ ਦਾ ਗਵਾਲੀਅਰ ਕਿਲੇ ਵਿੱਚ ਪ੍ਰਵੇਸ਼ ਹੋਣ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਖਸ਼ਟਮ ਮੰਦਰ ਹੈ, 6ਵੇਂ ਘਰ ਦਾ ਪ੍ਰਸੰਗ ਹੈ। ਦੋ ਹੋਰਾ ਅੱਗੇ 7ਵੇਂ ਘਰ ਦਾ ਪ੍ਰਸੰਗ ਕਹਿ ਰਹੇ ਨੇ। ਔਰ ਹਰਖਤ ਚੰਦੂ ਭਇਓ, ਪੁਰਿਓ ਮਨੋਰਥ ਜਾਨ। ਇਧਰ ਚੰਦੂ ਮਨ ਵਿੱਚ ਬਹੁਤ ਖੁਸ਼ ਹੈ, ਇਹ ਸੋਚਦਾ ਵੀ ਮੇਰਾ ਮਨੋਰਥ ਪੂਰਾ ਹੋ ਗਿਆ। ਅਬ ਨਿਕਸਨ ਨਹਿ ਦੇ ਹੂੰ, ਕਰੂੰ ਦੁਰਗ ਮੈਂ ਹਾਨ। ਹੁਣ ਮੈਂ ਮਹਾਰਾਜ ਨੂੰ ਉੱਥੋਂ ਨਿਕਲ ਨਹੀਂ ਦੇਵਾਂਗਾ, ਕਿਲੇ ਦੇ ਵਿੱਚ ਹੀ ਨਾਸ਼ ਕਰ ਦੇਵਾਂਗਾ। ਚੌਪਈ ਦੁਰਗਪਤੀ ਕੋ ਲਿਖਿਓ ਬਨਾਏ, ਤਾਂ ਦੁਰਗਪਤੀ ਕਿਲੇਦਾਰ ਨੂੰ ਦਰੋਗੇ ਨੂੰ ਇਹਨੇ ਬਣਾ ਕੇ ਚਿੱਠੀ ਲਿਖੀ। ਇਹੋ ਮਾਮ ਰਿਪ ਜਾਨੋ ਹੋਏ ਤੇ ਆਏ, ਐ ਹਰਦਾਸ ਦਰੋਗੇ ਮੇਰਾ ਦੁਸ਼ਮਣ ਹੈ, ਜਾਣ ਲੈ ਜੋ ਇੱਥੇ ਆਏ ਹਨ। ਕਰ ਉਪਾਵ ਮੈਂ ਤੁਮ ਢਿਗ ਭੇਜਾ, ਮੈਂ ਬੜੇ ਯਤਨ ਕਰਕੇ ਇਹਨਾਂ ਨੂੰ ਤੇਰੇ ਕੋਲ ਭੇਜਿਆ ਹੈ। ਇਸ ਦੁੱਖ ਤੇ ਮਮ ਪਾਕ ਕਰੇਜਾ, ਇਸ ਦੁੱਖ ਤੋਂ ਮੈਨੂੰ ਹੁਣ ਪਾਕ ਪਵਿੱਤਰ ਕਰ। ਇੱਕ ਨਰ ਭੇਜੋ ਤੁਮ ਢਿਗ ਆਈ, ਇੱਕ ਮੈਂ ਪ੍ਰਾਣੀ ਭੇਜਦਾ ਹਾਂ ਉਹ ਤੇਰੇ ਕੋਲ ਆਵੇਗਾ। ਕੋਸ਼ਿਸ਼ ਭੇਜੋ ਜ਼ਹਿਰ ਲਗਾਈ, ਇੱਕ ਪੋਸ਼ਾਕ ਭੇਜਾਂਗਾ ਉਹਨੂੰ ਜ਼ਹਿਰ ਲਵਾਵਾਂਗਾ। ਜਿਹੜੀ ਕਲੀ ਪੈਂਦੀ ਹੈ ਚੋਲਿਆਂ ਵਿੱਚ, ਦੇਖੋ ਆਮ ਤੌਰ ਤੇ ਵੱਧ ਤੋਂ ਵੱਧ 16 ਕਲੀਆਂ ਦਾ, 20 ਕਲੀਆਂ, 16 ਦਾ ਜਾਂ 24 ਕਲੀਆਂ ਦਾ ਜਿਹੜਾ ਹੁੰਦਾ, ਕਿਉਂਕਿ ਜੇ ਕਲੀ ਪਾਉਣੀ ਹੈ ਜਾਂ ਤੇ ਇੱਕ ਇੱਕ ਪਾਈ ਚਾਰੇ ਪਾਸੇ 4 ਪੈ ਗਈਆਂ, ਜੇ 2-2 ਪਾਈਆਂ 8 ਪੈਣਗੀਆਂ। ਇਸ ਤਰ੍ਹਾਂ ਗੁਰਮੁਖੋ ਜੇ ਹੁਣ 4-4 ਕਲੀਆਂ ਪਾਤੀਆਂ ਤਾਂ 16 ਪੈ ਜਾਂਦੀਆਂ, ਪਰ ਉਹ 52 ਸੀ। ਤੇ ਉਹ ਕਲੀਆਂ ਇੰਨੀਆਂ ਕਿਉਂ ਪਵਾਈਆਂ, ਜਿਹੜਾ ਇਹ 1-2 ਜਗ੍ਹਾ ਹੋਰ ਵੀ ਗ੍ਰੰਥਾਂ ਵਿੱਚ ਪੜ੍ਹਿਆ ਤੇ ਇੱਥੇ ਵੀ ਗੱਲ ਆ ਗਈ, ਇਹ ਚੋਲਾ ਆਇਆ ਕਿੱਥੋਂ। ਤੇ ਜਿਹੜਾ ਹੁਣ ਉਹ ਚੋਲਾ ਜਿਹੜਾ 52 ਕਲੀਆਂ ਦਾ ਰਾੜਾ ਸਾਹਿਬ ਦੇ ਕੋਲੇ ਕੁਢਾਣੀ ਨਗਰ ਹੈ, ਉੱਥੇ ਉਹ ਚੋਲਾ ਜਿਹੜਾ ਹੈ ਮਹਾਰਾਜ ਦਾ ਸਾਂਭਿਆ ਹੋਇਆ ਪਿਆ ਹੈ। ਦੇਖੋ ਗੁਰੂ ਦੇ ਪਾਵਨ ਸਰੀਰ ਨੂੰ ਲੱਗ ਕੇ ਤੇ ਗੁਰਮੁਖੋ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਤੇ ਆਪਾਂ ਜੇ ਸਤਿਗੁਰੂ ਦੇ ਚਰਨੀ ਲੱਗਾਂਗੇ ਆਪਣੇ ਤੇ ਕਿੱਡੀ ਕਿਰਪਾ ਹੋਊ। ਉਹ ਚੋਲੇ ਦੀਆਂ ਕਲੀਆਂ ਵਿੱਚ ਚੰਦੂ ਨੇ ਚੋਲਾ ਤਿਆਰ ਕਰਵਾਇਆ ਸੀ ਤੇ ਉਹਦੇ ਵਿੱਚ ਜ਼ਹਿਰ ਪਵਾਈ ਸੀ, ਐਸੀ ਜ਼ਹਿਰ ਕਿ ਜਿਹੜਾ ਚੋਲੇ ਨੂੰ ਪਾਵੇਗਾ ਐਸੇ ਸਰੀਰ ਨੂੰ ਰੋਗ ਲੱਗਣਗੇ, ਸਰੀਰ ਫਿੱਟਣਾ ਸ਼ੁਰੂ ਹੋ ਜੂ ਤੇ ਫਿਰ ਇੱਕ ਦਿਨ ਮੌਤ ਹੋ ਜੂਗੀ। ਕੋਸ਼ਿਸ਼ ਭੇਜੋ ਜ਼ਹਿਰ ਲਗਾਈ, ਲਿਖਿਆ ਮੈਂ ਇੱਕ ਪੋਸ਼ਾਕ ਭੇਜਦਾ ਜ਼ਹਿਰ ਲਾ ਕੇ।
ਅਤ ਤੀਛਨ ਜਿਸ ਤੇ ਤਤ ਕਾਲਾ। ਜੋ ਬਹੁਤ ਤਿੱਖੀ ਹੈ ਤੇ ਜਿਸ ਦੇ ਨਾਲ ਤੁਰੰਤ ਹੀ ਤਜਹਿ ਪ੍ਰਾਨ ਪਹਿਰਤ ਬਿਕਰਾਲਾ। ਤੇ ਇਸ ਤਰ੍ਹਾਂ ਇਸ ਭਿਆਨਕ ਪੋਸ਼ਾਕ ਨੂੰ ਪਹਿਨ ਕੇ ਤੁਰੰਤ ਉਹ ਪ੍ਰਾਣ ਛੱਡ ਦੇਵੇਗਾ। ਤੁਮ ਨਿਜ ਕਰ ਲੈ ਕੇ ਢਿਗ ਜਾਵੋ। ਤੂੰ ਆਪ ਹੱਥੀਂ ਲੈ ਕੇ ਉਹਨਾਂ ਕੋਲ ਜਾਣੀ ਹੈ। ਪੋਸ਼ਿਸ਼ ਪਠੀ ਸ਼ਾਹੋ ਬਤਰਾਵ। ਇਹ ਕਹਿਣਾ ਵੀ ਇਹ ਪੋਸ਼ਾਕ ਬਾਦਸ਼ਾਹ ਨੇ ਭੇਜੀ ਹੈ। ਕਹੋ ਕਪਟ ਕੇ ਮਾਧੁਰ ਬੈਨਾ। ਇਹ ਮਿੱਠੇ ਜੇ ਬੋਲ ਬੋਲ ਕੇ ਕਪਟ ਨਾਲ, ਭਾਵ ਕਲ ਕਪਟ ਦੀ ਕਹੀਂ ਮਿੱਠਾ ਬੋਲ ਕੇ। ਪਹਿਰਾਵੋ ਤਨ ਹੇਰਤ ਨੈਨਾ। ਐ ਦਰੋਗੇ ਆਪਣੀ ਅੱਖਾਂ ਨਾਲ ਵੇਖ ਕੇ ਵੇਖਦਿਆਂ ਹੋਇਆਂ ਪਹਿਨਾਈ ਮਹਾਰਾਜ ਨੂੰ। ਜਬ ਮਮ ਆਸਾ ਪੂਰ ਕਰਾਵੇ। ਜਦੋਂ ਤੂੰ ਮੇਰੀ ਇਹ ਆਸਾ ਪੂਰੀ ਕਰ ਦੇਵੇਂਗਾ। ਹੇਤ ਗੁਜਾਰੇ ਗ੍ਰਾਮ ਦਿਵਾਵੇ। ਤਾਂ ਤੈਨੂੰ ਗੁਜਾਰੇ ਦੇ ਵਾਸਤੇ ਮੈਂ ਪਿੰਡ ਦਵਾਵਾਂਗਾ, ਪਿੰਡਾਂ ਦਾ ਮਾਲਕ ਬਣਾ ਦੇਵਾਂਗਾ। 5000 ਦਰਬ ਮੈਂ ਦੇ ਹੂੰ। ਤੇ 5000 ਰੁਪਈਆ ਮੈਂ ਦੇਵਾਂਗਾ। ਅਦਕ ਸਖਾ ਲਖ ਨਰ ਸੋ ਪਠੈ ਹੂੰ। ਤੇ ਤੈਨੂੰ ਮੈਂ ਬਹੁਤ ਹੀ ਚੰਗਾ ਅਦਕ ਸਖਾ ਵੱਡਾ ਮਿੱਤਰ ਜਾਣ ਕੇ ਇੱਕ ਪ੍ਰਾਣੀ, ਇੱਕ ਪੁਰਸ਼ ਨੂੰ ਭੇਜਦਾ ਹਾਂ। ਕਈ ਇਤਿਹਾਸਕਾਰਾਂ ਲਿਖਿਆ ਵੀ ਰਿਸ਼ਤੇਦਾਰੀ ਵੀ ਰਲਦੀ ਸੀ। ਏਮ ਲੇਖ ਕਰ ਆਛੋ ਨਰ ਭੇਜਾ। ਇਸ ਤਰ੍ਹਾਂ ਲਿਖ ਕੇ ਇੱਕ ਚੰਗਾ ਵਿਅਕਤੀ ਉਹਨੇ ਭੇਜਿਆ ਹੈ। ਕਹਿਓ ਕਿ ਦਰਬ ਪੁਸ਼ਾਕਾ ਲੈ ਜਾ। ਉਹਨੂੰ ਕਿਹਾ ਧਨ ਵੀ ਲੈ ਜਾ ਤੇ ਪੁਸ਼ਾਕਾ ਵੀ ਲੈ ਜਾ। ਪਠਿਓ ਪਾਤ ਕੀ ਕੋ ਨਰ ਗਇਓ। ਤਾਂ ਇਹ ਦੇਖ ਪਾਪੀ ਨੇ ਭੇਜਿਆ, ਉਹ ਪ੍ਰਾਣੀ ਚਲਿਆ ਗਿਆ। ਦੇਖ ਦੁਰਗ ਪਤ ਕੋ ਖਤ ਦਇਓ। ਉਹਨੇ ਵੇਖ ਕੇ ਦੁਰਗਪਤੀ ਦਰੋਗੇ ਨੂੰ ਚਿੱਠੀ ਦੇ ਦਿੱਤੀ। ਪਾਠ ਕਰ ਜਾਣਿਓ ਅਖਲ ਹਵਾਲ। ਉਹਨੇ ਪੜ੍ਹ ਕੇ ਭਾਈ ਸਾਰਾ ਹਾਲ ਜਾਣ ਲਿਆ। ਦੀਨ ਪੁਸ਼ਾਕ ਅਗਨ ਮਹਿ ਜਾਲ। ਤੇ ਉਹ ਪੁਸ਼ਾਕ ਜਿਹੜੀ ਹੈ ਅੱਗ ਦੇ ਵਿੱਚ ਸੁੱਟ ਦਿੱਤੀ। ਡਰਤ ਚੰਦ ਨਰ ਕਹਿਓ ਸੁਨਾਈ। ਤੇ ਇਉਂ ਡਰਤ ਚੰਦ ਨਰ, ਚੰਦੂ ਤੋਂ ਡਰਦਾ ਉਹ ਮਨੁੱਖ ਜਿਹੜਾ ਹੈ ਕਹਿਣ ਲੱਗਿਆ। ਮੌਕਾ ਪਾਏ ਦੇਹ ਪਹਿਨਾਈ। ਇਹ ਮੌਕਾ ਪਾ ਕੇ ਇਸ ਨੂੰ ਪਹਿਨਾ ਦੇਵੀਂ। ਚੰਦੂ ਨਰ ਕੋ ਵਿਦਾ ਕਰਾਏ। ਉਹ ਉਸ ਤਰ੍ਹਾਂ ਚੰਦੂ ਦੇ ਬੰਦਾ ਜਿਹੜਾ ਭੇਜਿਆ ਸੀ ਉਹਨੂੰ ਵਿਦਾ ਕਰ ਦਿੱਤਾ। ਜੇਠੇ ਕੋ ਹਰਦਾਸ ਸੁਨਾਏ। ਭਾਈ ਜੇਠੇ ਨੂੰ ਹਰਦਾਸ ਦਰੋਗੇ ਨੇ ਦੱਸਿਆ। ਇੱਥੇ ਹੁਣ ਆ ਗਿਆ ਕਿ ਅਗਨ ਵਿੱਚ ਸੁੱਟੀ ਹੈ। ਵੈਸੇ ਮਹਾਰਾਜ ਕੋਲ ਲੈ ਕੇ ਗਿਆ, ਜਦੋਂ ਪਹੁੰਚੀ ਤੇ ਨਾਲ ਕਿਹਾ ਮਹਾਰਾਜ ਇਹਨੂੰ ਪਹਿਨਿਓ ਨਾ। ਮਹਾਰਾਜ ਕਹਿੰਦੇ ਕੀ ਸਾਰੀ ਗੱਲ ਦੱਸਦੀ, ਅਸਲ ਗੱਲ ਆਹ ਵਾ। ਤੇ ਹੁਣ ਮੈਂ ਤੇ ਤੁਹਾਡੇ ਤੱਕ ਹੀ ਲੈ ਕੇ ਆਇਆ, ਪਰ ਕਿਰਪਾ ਕਰਿਓ ਸਤਿਗੁਰੂ ਜੀ, ਕਿਉਂਕਿ ਇੱਥੇ ਸਾਰੀ ਮੇਰੀ ਵੀ ਸ਼ਿਕਾਇਤ ਹੋਊ। ਆਪ ਜੀ ਨੂੰ ਪਹਿਨਿਓ ਨਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੂੰ ਇਹ ਪੋਸ਼ਾਕ ਰੱਖ ਜਾ, ਸਮਾਂ ਆਊ ਅਸੀਂ ਪਹਿਨਾਂਗੇ, ਮਾਲਕ ਕਿਰਪਾ ਕਰੂ। ਤੇ ਗੁਰੂ ਗੁਰਮੁਖੋ ਆਪੇ ਤਸਵੀਰ ਬਦਲ ਦਿੰਦਾ ਸਭ ਚੀਜ਼ ਦੀ। ਤੇ ਉਸ ਸਮੇਂ ਫਿਰ ਇਸ ਨੇ ਕਹਿਤਾ ਵੀ ਮੌਕਾ ਪਾ ਕੇ ਮੈਂ ਪਹਿਨਾ ਦੂੰ। ਚੰਦੂ ਦੇ ਬੰਦੇ ਨੂੰ ਵਿਦਾ ਕੀਤਾ। ਜੇਠੇ ਕੋ ਹਰਦਾਸ ਸੁਣਾਏ। ਭਾਈ ਜੇਠੇ ਨੂੰ ਹਰਦਾਸ ਦਰੋਗਾ ਦੱਸਦਾ ਹੈ। ਸੁਣ ਜੇਠਾ ਅਰ ਸੰਗ ਪਿਰਾਣਾ। ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਜੀ ਨਾ ਸੁਣਿਆ। ਕਹਿਓ ਵੱਡੇ ਗੁਰ ਮਾਨਿਓ ਭਾਣਾ। ਮਹਾਰਾਜ ਜੋ ਗੁਰੂ ਪਾਤਸ਼ਾਹ ਦਾ ਇਹ ਵੱਡਾ ਭਾਣਾ ਹੈ, ਜੋ ਵੱਡੇ ਸਤਿਗੁਰਾਂ ਨੇ ਕਿਵੇਂ ਮੰਨਿਆ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਉਸ ਸਮੇਂ ਇਹ ਸਾਰੀ ਗੱਲ ਜਿਹੜੀ ਹੈ ਕਿ ਉਹ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਭਾਣਾ ਮੰਨਿਆ, ਗੁਰੂ ਅਰਜਨ ਦੇਵ ਪਾਤਸ਼ਾਹ ਵੱਡੇ ਸਤਿਗੁਰੂ ਨੇ। ਪਰ ਇਹ ਜਿਹੜਾ ਕੁੱਤਾ ਹੈ ਇਹ ਅਜੇ ਵੀ ਪਿੱਛੋਂ ਲੈਂਦਾ ਨਹੀਂ। ਤੇ ਹੁਣ ਇਸ ਦਾ ਕੋਈ ਉਪਚਾਰ ਕਰਨਾ ਪੈਣਾ।
ਆਓ ਹੁਣ ਟਾਈਮ ਹੋ ਗਿਆ ਸਮਾਪਤੀ ਦਾ। ਬਾਕੀ ਕਥਾ ਆਪਾਂ ਕੱਲ ਅੱਗੇ ਪੜਾਂ ਸੁਣਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।